FM 90.4 ਅਵਤਾਰ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਅਮਨਦੀਪ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਸਾਂਝ ਲੈ ਕੇ ਤੁਹਾਡੇ ਨਾਲ ਰੂਬਰੂ ਹਾਂ। ਸੋ ਸਾਂਝ ਪ੍ਰੋਗਰਾਮ ਦੇ ਵਿੱਚ ਅੱਜ ਸਾਂਝ ਸ਼੍ਰੀ ਧਰਮਪਾਲ ਜੀ ਪਾਉਣਗੇ ਜੀ ਯੋਗ ਦੀਆਂ ਕਿਰਿਆਵਾਂ ਦੀ। ਯੋਗ ਦੀਆਂ ਕਿਰਿਆਵਾਂ ਕੀ ਜੀ? ਪਿਛਲੀ ਵਾਰੀ ਅਸੀਂ ਸਿੱਧੇ ਪੈ ਕੇ ਮਤਲਬ ਪਿੱਠ ਦੇ ਬਲ ਕਿਰਿਆਵਾਂ ਕੀਤੀਆਂ ਸੀ ਲੱਤਾਂ ਦੀ ਤੇ ਲੱਕ ਦੀ ਮਜ਼ਬੂਤੀ ਦੇ ਲਈ। ਸੋ ਅੱਜ ਅਸੀਂ ਪੇਟ ਦੇ ਬਲ ਲੇਟ ਕੇ ਪੇਟ ਨੂੰ ਮਜ਼ਬੂਤ ਕਰਨ ਲਈ ਤੇ ਪੇਟ ਦੀਆਂ ਅਨੇਕਾਂ ਬਿਮਾਰੀਆਂ ਤੋਂ ਦੂਰ ਕਰਨ ਦੇ ਲਈ ਹੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਵਾਂਗੇ। ਤੇ ਆਓ ਜੀ ਸ਼੍ਰੀ ਧਰਮਪਾਲ ਜੀ ਹੁਣਾਂ ਤੋਂ ਚੱਲਦੇ ਆਂ ਤੇ ਉਹਨਾਂ ਤੋਂ ਸਿੱਖਦੇ ਨੇ ਕੁਝ ਕਿਰਿਆਵਾਂ। ਸਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਅਵਤਾਰ ਰੇਡੀਓ ਦੇ ਵਿਹੜੇ ਦੇ ਵਿੱਚ। ਅਮਨ ਜੀ ਧੰਨਵਾਦ। ਔਰ ਤੁਹਾਡੇ ਮਾਧਿਅਮ ਨਾਲ ਜੁੜੇ ਅਵਤਾਰ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਔਰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਪ੍ਰੋਗਰਾਮ ਸਾਂਝ ਦੇ ਵਿੱਚ ਆ ਗਏ ਆ ਜੀ ਅਸੀਂ ਸਾਰੇ ਤੇ ਸਾਂਝ ਅਸੀਂ ਪਾਉਣੀ ਆ। ਸ਼੍ਰੀ ਧਰਮਪਾਲ ਜੀ ਤਿਆਰ ਬੈਠੇ ਨੇ ਕਿਸ ਕਿਰਿਆ ਲਈ ਕਿ ਅੱਜ ਅਸੀਂ ਨਾ ਪੇਟ ਦੇ ਬਲ ਲੇਟ ਕੇ ਜਿਹੜੀਆਂ ਕਿਰਿਆਵਾਂ ਕਰਨੀਆਂ ਆ ਉਹਦੇ ਨਾਲ ਪੇਟ ਦੀ ਮਜ਼ਬੂਤੀ ਪੇਟ ਦੀਆਂ ਅਨੇਕਾਂ ਬਿਮਾਰੀਆਂ ਤੋਂ ਅਸੀਂ ਨਿਰਜਾਤ ਪਾਉਣੀ ਆ। ਤੇ ਸਰ ਜੀ ਪਹਿਲੇ ਪੜਾਅ ਦੇ ਵਿੱਚ ਪਹਿਲੀਆਂ ਕਿਹੜੀਆਂ ਵਿਚਾਰ ਚਰਚਾ ਤੇ ਕੀ ਸਰੋਤਿਆਂ ਦੇ ਲਈ ਕੀ ਹਦਾਇਤ ਵੀ ਕੀ ਕਿੱਦਾਂ ਬੈਠਣ ਤੇ ਕੀ ਕਰਨ? ਸਭ ਤੋਂ ਪਹਿਲਾਂ 1 ਮਿੰਟ ਦੇ ਲਈ ਹੱਥ ਜੋੜ ਕੇ ਇਸ਼ਟ ਧਿਆਨ ਜੀ। ਔਰ ਫਿਰ ਹਥੇਲੀਆਂ ਰਗੜਦੇ ਹੋਏ ਚਿਹਰਾ ਸਹਿਲਾਉਂਦੇ ਹੋਏ ਅੱਖਾਂ ਖੁੱਲੀਆਂ ਜੀ। ਹੱਥਾਂ ਨੂੰ ਪੂਰਾ ਰਗੜੋ ਤੇ ਅੱਖਾਂ ਤੇ ਉਹਨਾਂ ਹਥੇਲੀਆਂ ਨੂੰ ਹਿਲਾਉਂਦੇ ਹੋਏ ਅੱਖਾਂ ਖੋਲੋ ਜੀ। ਤਾਂ ਹੁਣ ਗੱਲ ਹੈਗੀ ਜਿਵੇਂ ਕਿ ਤੁਸੀਂ ਵਿਸ਼ੇ ਨੂੰ ਹਾਈਲਾਈਟ ਕਰ ਹੀ ਚੁੱਕੇ ਆ ਜੀ ਕਿ ਪੇਟ ਦੇ ਬਲ ਲੇਟ ਕੇ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਜੀ। ਤਾਂ ਅੱਜ ਦੇ ਯੁੱਗ 'ਚ ਸਾਰੇ ਬੰਦੇ ਬਹੁਤੇ ਲੋਕ ਪੇਟ ਦੀਆਂ ਪ੍ਰੋਬਲਮਸ ਦੇ ਸ਼ਿਕਾਰ ਹਨ। ਬਿਲਕੁਲ ਕੋਈ ਸ਼ੱਕ ਨਹੀਂ ਜੀ। ਕਿਸੇ ਨੂੰ ਸਿਰੋਸਿਸ ਆਫ ਲਿਵਰ ਦੀ ਸੋਜਸ਼ ਦੀ ਸ਼ਿਕਾਇਤ ਹੈ, ਕਿਸੇ ਨੂੰ ਬਦਹਜ਼ਮੀ ਦੀ ਸ਼ਿਕਾਇਤ ਹੈ, ਕਿਸੇ ਨੂੰ ਗੈਸ ਦੀ ਸ਼ਿਕਾਇਤ ਹੈ, ਕਿਸੇ ਨੂੰ ਕਬਜ਼ ਦੀ ਸ਼ਿਕਾਇਤ ਹੈ, ਕਿਸੇ ਨੂੰ ਮੋਟਾਪੇ ਦੀ ਸ਼ਿਕਾਇਤ ਹੈ, ਕਿਸੇ ਨੂੰ ਸ਼ੂਗਰ ਦੀ ਸ਼ਿਕਾਇਤ ਹੈਗੀ ਜੀ। ਤਾਂ ਕਿਸੇ ਨੂੰ ਅੰਤੜੀਆਂ ਦੇ ਵਿੱਚ ਕੋਈ ਜਲਨ ਦੀ ਪ੍ਰੋਬਲਮ ਹੈਗੀ ਆ ਜਾਂ ਕੋਈ ਉਹਨਾਂ ਦੇ ਵਿੱਚ ਜ਼ਖਮਾਂ ਦੀ ਪ੍ਰੋਬਲਮ ਹੈਗੀ ਆ ਜੀ। ਸੋ ਇਸ ਢੰਗ ਨਾਲ ਪੇਟ ਦੇ ਵਿੱਚ ਅਨੇਕ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਅੱਜ ਸਾਨੂੰ ਸਹਿਣੀਆਂ ਪੈਂਦੀਆਂ ਆ ਜੀ। ਉਹਦੇ ਵਿੱਚ ਅਸੀਂ ਜੇ ਥੋੜਾ ਜਿਹਾ ਸਮਾਂ ਪੇਟ ਦੀਆਂ ਕਿਰਿਆਵਾਂ ਤੇ ਲਗਾਈਏ ਜੀ ਤਾਂ ਸਾਨੂੰ ਉਹਦੇ ਨਾਲ ਕਾਫੀ ਸਾਰੇ ਲਾਭ ਹਾਸਲ ਹੋ ਸਕਦੇ ਹੈ। ਜੀ ਜੀ ਜੀ। ਸੋ ਜਿਵੇਂ ਮੈਂ ਪਿੱਛੇ ਵੀ ਦੱਸਿਆ ਸੀਗਾ ਕਿ ਕੋਈ ਵੀ ਯੋਗਿਕ ਕਿਰਿਆਵਾਂ ਕਰਨ ਤੋਂ ਪਹਿਲਾਂ ਔਰ ਅਖੀਰ ਦੇ ਵਿੱਚ ਪਹਿਲਾਂ ਅਸੀਂ ਸਰੀਰ ਨੂੰ ਇੱਕ ਢੰਗ ਨਾਲ ਲੰਬੇ ਸਾਂਸ ਭਰਦੇ ਹੋਏ ਵਾਰਮ ਅਪ ਕਰਨਾ ਹੁੰਦਾ ਆ ਜੀ। ਅਖੀਰ ਦੇ ਵਿੱਚ ਅਸੀਂ ਰਿਲੈਕਸ ਕਰਨਾ ਹੁੰਦਾ ਆ ਲੇਟ ਕੇ ਜੀ। ਸਰੀਰ ਨੂੰ ਸ਼ਾਂਤ ਕਰਨਾ ਹੁੰਦਾ ਆ ਜੀ ਸਰ ਜੀ। ਸੋ ਸ਼ੁਰੂਆਤ ਅਸੀਂ ਪਹਿਲਾਂ ਉਹੀ ਕਰਾਂਗੇ ਪੇਟ ਦੇ ਵੱਲ ਲੇਟ ਕੇ ਜੀ ਔਰ ਹੱਥਾਂ ਦਾ ਕ੍ਰਾਸ ਲਗਾ ਕੇ ਲੰਬੇ ਸਾਂਸ ਭਰਦੇ ਹੋਏ ਸਰੀਰ ਨੂੰ ਖਿੱਚਣਾ ਤਾਨਣਾ, ਇਸ ਨੂੰ ਅਸੀਂ ਤਾਨ ਆਸਨ ਵੀ ਕਹਿ ਲੈਂਦੇ ਆ। ਜੀ। ਔਰ ਇਹਨਾਂ ਯੋਗਿਕ ਕਿਰਿਆਵਾਂ ਦੇ ਵਿੱਚ 2 ਗੱਲਾਂ ਨੂੰ ਅਸੀਂ ਖਾਸ ਤੌਰ ਤੇ ਧਿਆਨ ਦੇਣਾ ਹੈਗਾ। ਜੀ। ਇੱਕ ਤਾਂ ਸਾਂਸ ਭਰਦੇ ਹੋਏ ਜੀ। ਲੰਬੇ ਸਾਂਸ, ਜੇ ਲੰਬੇ ਸਾਂਸ ਲੈਂਦੇ ਹੋਏ ਕਿਰਿਆਵਾਂ ਕਰਾਂਗੇ ਤੇ ਜ਼ਿਆਦਾ ਆਕਸੀਜਨ ਅੰਦਰ ਜਾਊਗੀ ਔਰ ਜ਼ਿਆਦਾ ਜਿਹੜੀ ਦੂਸ਼ਿਤ ਵਾਯੂ ਆ ਬਾਹਰ ਨਿਕਲੂਗੀ ਜੀ। ਜ਼ਿਆਦਾ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲਣਗੇ ਜੀ। ਸੋ ਇਸ ਕਰਕੇ ਸਾਂਸ ਲੰਬੇ ਸਾਹਾਂ ਨਾਲ ਜੋੜ ਕੇ ਕਿਰਿਆਵਾਂ ਕਰਨੀਆਂ ਹੈਗੀਆਂ। ਜੀ ਜੀ। ਤੇ ਦੂਸਰੀ ਹੈਗੀ ਹੈ ਕਿ ਇਹਨਾਂ ਨੂੰ 3 ਗਤੀਆਂ ਨਾਲ ਕਰਨਾ ਹੈਗਾ। ਪਹਿਲਾਂ ਨਾਰਮਲ ਸਪੀਡ ਨਾਲ, ਫਿਰ ਮੀਡੀਅਮ ਸਪੀਡ ਨਾਲ ਔਰ ਫਿਰ ਫਾਸਟ ਸਪੀਡ ਨਾਲ। ਜੀ। ਇਹਦੇ ਨਾਲ ਸਾਡੇ ਸਰੀਰ ਦੀ ਹੋਰ ਕਾਰਜਕਸ਼ਮਤਾ ਜਿਹੜੀ ਵੱਧਦੀ ਹੈ ਜੀ। ਜਿੱਦਾਂ ਗੱਡੀ ਦਾ ਇੰਜਨ ਚੱਲਣ ਲੱਗਾ ਪਹਿਲਾਂ ਹੌਲੀ ਹੌਲੀ ਚੱਲਦਾ, ਫਿਰ ਮੀਡੀਅਮ ਮੱਧਮ ਗਤੀ ਤੇ ਫਿਰ ਤੇਜ਼, ਔਰ ਜਦੋਂ ਪੂਰੀ ਤੇਜ਼ੀ ਪਕੜ ਲੈਂਦਾ ਆ ਤਾਂ ਫਿਰ ਉਹਦੇ ਪਿੱਛੇ ਜਿੰਨੇ ਵੀ ਡੱਬੇ ਲੱਗੇ ਉਹਨਾਂ ਨੂੰ ਬੜੇ ਆਰਾਮ ਨਾਲ ਖਿੱਚਦਾ ਚਲਾ ਜਾਂਦਾ ਹੈਗਾ। ਜੀ ਜੀ। ਸੋ ਅਸੀਂ ਵੀ ਸਰੀਰ ਦੀ ਗੱਡੀ ਨੂੰ, ਸਰੀਰ ਦੇ ਇੰਜਨ ਨੂੰ ਅਸੀਂ ਹੌਲੀ ਹੌਲੀ ਸਟਾਰਟ ਕਰਨਾ, ਫਿਰ ਮੀਡੀਅਮ ਸਪੀਡ ਪਕੜਨੀ ਔਰ ਫਿਰ ਫਾਸਟ ਸਪੀਡ ਪਕੜਨੀ ਜੀ ਤੇ ਨਾਲ ਲੰਬੇ ਸਾਹਾਂ ਦਾ ਪ੍ਰਯੋਗ ਕਰਨਾ। ਜੀ। ਸੋ ਇਹ ਸਾਰੀਆਂ ਅਸੀਂ ਯੋਗਿਕ ਕਿਰਿਆਵਾਂ ਦੇ ਵਿੱਚ ਇਹਨਾਂ ਦੋਵਾਂ ਗੱਲਾਂ ਦਾ ਅਸੀਂ ਖਿਆਲ ਰੱਖਾਂਗੇ, ਜੀ। ਲੰਬੇ ਸਾਹਾਂ ਦਾ ਵੀ ਔਰ 3 ਗਤੀਆਂ ਵੀ। ਜੀ। ਤੋ ਸ਼ੁਰੂਆਤ ਵਿੱਚ ਅਸੀਂ ਜਿੱਦਾਂ ਸਰੀਰ ਨੂੰ ਗਰਮ ਕਰਨਾ ਹੈਗਾ ਲੇਟ ਕੇ ਅਸੀਂ ਸਭ ਤੋਂ ਪਹਿਲਾਂ ਉਹੀ ਅਸੀਂ ਤਾਨ ਆਸਨ, ਗਤੀਆਤਮਕ ਤਾਨ ਆਸਨ, ਸਲੋ, ਮੀਡੀਅਮ ਐਂਡ ਫਾਸਟ ਲੰਬੇ ਸਾਹਾਂ ਦਾ ਪ੍ਰਯੋਗ ਕਰਦੇ ਹਾਂ। ਜੀ। ਜੋ ਮੈਂ ਲੇਟ ਗਿਆ
ਉਹਦੇ ਵਿੱਚ ਪੈਰ ਮਿਲਾ ਲਏ, ਜੀ ਹੱਥਾਂ ਦਾ ਲੌਕ ਲਗਾ ਕੇ ਪਹਿਲਾਂ ਹਥੇਲੀਆਂ ਉੱਪਰ ਵੱਲ ਔਰ ਫਿਰ ਹਥੇਲੀਆਂ ਪੇਟ ਤੇ ਲੈ ਆਉਂਦੀਆਂ। ਜੀ ਇਹ ਸਾਡੀ ਰੈਡੀ ਪੋਜੀਸ਼ਨ ਹੋ ਗਈ। ਜੀ ਹੁਣ ਅਸੀਂ ਸਾਹ ਭਰਦੇ ਹੋਏ ਹੱਥ ਉੱਪਰ ਵੱਲ ਲਿਜਾਣੇ, ਪੈਰ ਥੱਲੇ ਵੱਲ ਔਰ ਪੂਰਾ ਸਰੀਰ ਖਿੱਚਣਾ, ਤਾਨਣਾ, ਅਸੀਂ ਇਹਨੂੰ ਤਾਨ ਆਸਨ ਕਹਿੰਦੇ ਆ। ਜੀ ਔਰ ਫਿਰ ਸਾਹ ਛੱਡਦੇ ਹੋਏ ਹੱਥ ਵਾਪਸ ਲਿਆਣੇ ਹੈਗੇ ਔਰ ਪੈਰ ਅੰਦਰ ਵੱਲ ਨੂੰ ਖਿੱਚਣੇ ਹੈਗੇ, ਜੀ ਜਿੱਦਾਂ ਅੱਡੀਆਂ ਚੁੱਕ ਦੇਣੀਆਂ ਹੁਣ। ਜੀ ਸਾਹ ਭਰਦੇ ਹੋਏ ਉੱਪਰ, ਸਾਹ ਛੱਡਦੇ ਹੋਏ ਨੀਚੇ ਵਾਪਸ ਜੀ ਔਰ ਪੈਰ ਵੀ ਅੰਦਰ ਵੱਲ। ਜੀ ਸਾਹ ਭਰਦੇ ਹੋਏ ਉੱਪਰ, ਪੈਰ ਥੱਲੇ ਵੱਲ, ਪੂਰਾ ਸਰੀਰ ਤਾਨਣਾ, ਖਿੱਚਣਾ, ਸਾਹ ਛੱਡਦੇ ਹੋਏ ਵਾਪਸ। ਸੋ 3-4 ਵਾਰ, 4-5 ਵਾਰ ਅਸੀਂ ਨਾਰਮਲ ਸਪੀਡ ਨਾਲ ਕੀਤਾ। ਕਿ ਸਰ ਜੀ ਅੱਜ ਤੇ ਆਪਾਂ ਪੇਟ ਬਲ ਕਰਨਾ ਸੀ। ਮੈਂ ਦੱਸਿਆ ਹੈ ਕਿ ਕੋਈ ਵੀ ਕਿਰਿਆਵਾਂ ਕਰਨ ਤੋਂ ਪਹਿਲਾਂ ਜੀ ਬਸ ਇਹ ਤਾਂ ਸਟਾਰਟਿੰਗ ਲਈ ਹੈ, ਸਰੀਰ ਨੂੰ ਥੋੜਾ ਜਿਹਾ ਵਾਰਮ ਅਪ ਕਰਨ ਲਈ। ਜੀ ਫਿਰ ਗਾ ਪੇਟ ਦੇ ਵੱਲ ਹੀ ਹੋ ਜਾਣਾ ਹੈਗਾ। ਜੀ ਔਰ ਫਿਰ ਮੱਧਮ ਗਤੀ, ਸਾਹ ਭਰਦੇ ਹੋਏ ਹੱਥ ਪੈਰ ਖਿੱਚਣੇ, ਜੀ ਸਾਹ ਛੱਡਦੇ ਹੋਏ ਵਾਪਸ। ਜੀ ਜੀ ਮੱਧਮ ਗਤੀ ਤੋਂ ਬਾਅਦ ਫਾਸਟ। ਵੀ ਮਤਲਬ ਬਾਹਾਂ ਦੀ ਸਪੀਡ ਨੂੰ ਵੀ ਤੇਜ਼ ਕਰਨਾ ਆ ਤੁਸੀਂ ਤੇ ਉਹ ਵੀ ਸੋ ਬਾਹਾਂ ਦੀ ਸਪੀਡ ਤੋਂ ਭਾਵ ਹੈਗਾ ਕਿ ਬਾਜ਼ੂਆਂ ਨੂੰ ਉੱਪਰ ਵੱਲ ਨੂੰ, ਪੈਰਾਂ ਨੂੰ ਥੱਲੇ ਵੱਲ ਖਿੱਚਿਆ ਜੀ ਔਰ ਲੰਬੇ ਲੰਬੇ ਸਾਹ ਲਿੱਤੇ। ਜੀ ਇਹਦੇ ਨਾਲ ਸਰੀਰ ਇੱਕ ਤਰ੍ਹਾਂ ਨਾਲ ਥੋੜਾ ਜਿਹਾ ਤਿਆਰ ਹੋ ਗਿਆ। ਜੀ ਹੁਣ ਅਸੀਂ ਕੋਈ ਵੀ ਕਿਰਿਆ ਕਰਨੀ ਹੈ, ਹੁਣ ਅਸੀਂ ਪੇਟ ਦੇ ਬਲ ਵਾਲੀਆਂ ਕਿਰਿਆਵਾਂ ਸ਼ੁਰੂ ਕਰਨ ਵਾਲੇ ਪਾਸੇ ਜਾ ਰਹੇ ਹਾਂ। ਜੀ ਇਹ ਸੀ ਕਿ ਸ਼ੁਰੂਆਤ ਕੇ ਸਰੀਰ ਨੂੰ ਥੋੜਾ ਜਿਹਾ ਗਰਮ ਕਰਨਾ। ਜੀ ਜੀ ਔਰ ਹੁਣ ਅਸੀਂ ਸਰੀਰ ਨੂੰ ਪੇਟ ਦੇ ਵੱਲ ਲੇਟਣ ਵਾਲੀਆਂ ਕਿਰਿਆਵਾਂ ਦੇ ਵਿੱਚ, ਸਪੋਜ਼ ਮੈਂ ਪੇਟ ਦੇ ਵੱਲ ਲੇਟ ਗਿਆ, ਜੀ ਪਹਿਲਾਂ ਪੇਟ ਦੀ ਮਾਲਿਸ਼। ਜੀ ਪੈਰ ਪਿੱਛੇ ਜੋੜੇ, ਹੱਥ ਉੱਪਰ ਬੰਨ ਲੈ ਜੀ ਔਰ ਹੱਥਾਂ ਦਾ ਲੌਕ ਲਗਾ ਕੇ ਇੱਕ ਉਂਗਲੀ ਸਿੱਧੀ, ਇੱਕ ਉਂਗਲੀ ਜੀ ਜਿੱਦਾਂ ਪਿਸਤੌਲ ਦੀ ਨੋਕ ਹੁੰਦੀ ਹੈ ਇਸ ਢੰਗ ਨਾਲ, ਬਾਜ਼ੂ ਬਿਲਕੁਲ ਸਿੱਧੇ ਔਰ ਇੱਕ ਉਂਗਲੀ ਸਿੱਧੀ, ਬਾਕੀ ਹੱਥਾਂ ਦਾ ਲੌਕ ਲੱਗਾ ਹੋਇਆ ਔਰ ਪੈਰ ਜੋੜੇ ਹੋਏ, ਮੱਥਾ ਜ਼ਮੀਨ ਤੇ। ਜੀ ਹੁਣ ਦੇਖੋ ਮੈਂ ਪੇਟ ਦੇ ਵੱਲ ਲੇਟ ਗਿਆ, ਬਾਜ਼ੂ ਬਿਲਕੁਲ ਸਿੱਧੇ ਔਰ ਲੰਬੇ ਕਰ ਲਿੱਤੇ ਔਰ ਹੁਣ ਮੈਂ ਕੀ ਕਰਨਾ ਹੈਗਾ, ਖੱਬੇ ਸੱਜੇ ਰੋਲ ਕਰਨਾ ਹੈਗਾ। ਸੱਜੀ ਵੱਲ ਨੂੰ ਗਿਆ, ਜੀ ਵਾਪਸ ਆ ਗਿਆ ਔਰ ਫਿਰ ਖੱਬੇ ਪਾਸੇ ਵੱਲ ਨੂੰ ਗਿਆ ਜੀ ਔਰ ਫਿਰ ਵਾਪਸ। ਨਾਲ ਸਾਹ ਭਰਦੇ ਹੋਏ ਗਏ, ਜੀ ਸਾਹ ਛੱਡਦੇ ਹੋਏ ਵਾਪਸ। ਜੀ ਫਿਰ ਸਾਹ ਭਰਦੇ ਹੋਏ ਦੂਜੇ ਪਾਸੇ ਗਏ, ਸਾਹ ਛੱਡਦੇ ਹੋਏ ਵਾਪਸ। ਜੀ ਦੇਖੋ ਕਿੰਨੀ ਪਿਆਰੀ ਜਿਹੜੀ ਹੈ ਪੇਟ ਦੀ ਮਾਲਿਸ਼ ਆਪਣੇ ਆਪ ਹੋ ਰਹੀ। ਪੂਰਾ ਸਰੀਰ ਜਿਹੜਾ ਵਾ, ਪੂਰਾ ਪੇਟ ਜਿਹੜਾ ਵਾ, ਉਹ ਧਰਤੀ ਨਾਲ ਰਗੜ ਹੋ ਰਿਹਾ ਵਾ। ਜਿਵੇਂ ਬੱਚੇ ਕਰਦੇ ਹੁੰਦੇ ਲੰਮੇ ਪੈ ਵੀ ਮਤਲਬ ਲੋਟਣਾ, ਲੇਟ ਕੇ ਤੇ ਬਸ ਰੇਤਾ ਦੇ ਉੱਤੇ ਜ਼ਮੀਨ ਤੇ ਲੋਟਦੇ ਹੈਗੇ, ਬਿਲਕੁਲ ਬਿਲਕੁਲ ਸਿੱਧੇ ਲੋਟਦੇ ਹੁੰਦੇ ਆ, ਆਪਾਂ ਪੇਟ ਦੇ ਵੱਲ ਲੋਟਣ ਦੀਆਂ ਕਿਰਿਆਵਾਂ ਕਰ ਰਹੇ ਜੀ ਹਾਂ। ਜੀ 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 ਇਹਨਾਂ ਪੇਟ ਦੀ ਪੂਰੀ ਮਾਲਿਸ਼ ਹੋ ਰਹੀ ਆ, ਜੀ ਨਾਲ ਨਾਲ ਲੰਬੇ ਸਾਹ ਭਰਨ ਔਰ ਛੱਡਣ ਦੀ ਕਿਰਿਆ। ਜੀ ਔਰ ਫਿਰ ਇਸ ਨੂੰ ਮੱਧਮ ਗਤੀ ਤੇ ਆ ਜਾਣਾ। ਜੀ ਪਹਿਲਾਂ ਹਲਕਾ ਹਲਕਾ ਕਰਨਾ ਆ 4-5 ਵਾਰੀ, ਸਲੋ, ਮੀਡੀਅਮ ਐਂਡ ਫਾਸਟ। ਫੇਰ ਬਾਅਦ ਚ ਥੋੜਾ ਤੇਜ਼ ਹੋ ਜਾਣਾ। Medium ਹੋ ਗਿਆ ਔਰ ਫਿਰ ਫਾਸਟ। ਜੀ ਜੀ ਕਾਲੀ ਕਾਲੀ ਦੇ ਨਾਲ ਬਾਜ਼ੂ ਖਿੱਚ ਕੇ ਰੱਖਣੇ ਹੈਗੇ ਆ ਜੀ। ਔਰ ਇਸ ਢੰਗ ਨਾਲ ਇੱਕ ਕਿਰਿਆ ਹੋ ਗਈ ਜੀ ਔਰ ਰੁਕ ਗਏ। ਜੀ ਦੂਸਰੀ ਕਿਰਿਆ, ਹੂੰ ਹੁਣ ਜਿਹੜਾ ਉੱਪਰਲਾ ਹੱਥ ਵਾ, ਜੀ ਇਹ ਸਾਹਮਣੇ ਮੋਢੇ ਦੇ ਸਾਹਮਣੇ ਜ਼ਮੀਨ ਤੇ ਲਗਾ ਲਿੱਤਾ ਜੀ ਔਰ ਉੱਪਰਲੀ ਜਿਹੜੀ ਲੱਤ ਵਾ ਇਕੱਠੀ ਕੀਤੀ, ਪੈਰ ਪੱਟ ਤੇ ਲੈ ਆਂਦਾ ਜੀ ਔਰ ਹਥੇਲੀ ਅੱਗੇ ਵੱਲ ਨੂੰ ਦਬਾਣੀ ਆ ਤੇ ਗੋਡਾ ਬਾਹਰ ਵੱਲ ਨੂੰ ਖਿੱਚਣਾ ਹੈਗਾ ਸਾਹ ਭਰਦੇ ਹੋਏ ਜੀ ਔਰ ਫਿਰ ਪੈਰ ਵਾਪਸ ਲੈ ਜਾਣਾ, ਹੱਥ ਵੀ ਉੱਪਰ ਜਾ ਕੇ ਬੰਨ ਲੈਣਾ ਹੈਗਾ, ਜੀ ਫਿਰ ਦੂਜੇ ਪਾਸੇ ਘੁੰਮ ਜਾਣਾ ਹੈਗਾ। ਜੀ ਫਿਰ ਉੱਪਰਲਾ ਹੱਥ ਸਾਹਮਣੇ, ਮੋਢੇ ਦੇ ਸਾਹਮਣੇ ਜ਼ਮੀਨ ਤੇ ਹਾਂ ਔਰ ਗੋਡਾ ਇਕੱਠਾ ਕਰਕੇ ਪੈਰ ਪੱਟ ਤੇ ਰੱਖ ਲਿਆ ਜੀ ਔਰ ਗੋਡਾ ਬਾਹਰ ਵੱਲ ਨੂੰ ਖਿੱਚਣਾ ਹੈਗਾ ਸਾਹ ਭਰਦੇ ਹੋਏ ਹੂੰ ਔਰ ਹਥੇਲੀ ਦਬਾ ਕੇ ਰੱਖਣੀ ਹੈਗੀ ਜੀ ਔਰ ਇਸ ਢੰਗ ਨਾਲ ਥੱਲੇ ਹਿੱਸੇ ਤੇ ਦਬਾਅ ਪੈਂਦਾ ਹੈ, ਉੱਪਰਲੇ ਹਿੱਸੇ ਤੇ ਪੇਟ ਤੇ ਖਿਚਾਵ ਪੈਂਦਾ ਹੈਗਾ। ਔਰ ਮੈਂ ਸਲੋ ਕੀਤਾ ਇੱਕ ਵਾਰ, ਜੀ ਫਿਰ ਸਾਹ ਭਰਦੇ ਹੋਏ ਔਰ ਸਾਹ ਛੱਡਦੇ ਹੋਏ ਵਾਪਸ, ਫਿਰ ਸਾਹ ਭਰਦੇ ਹੋਏ ਔਰ ਸਾਹ ਛੱਡਦੇ ਹੋਏ ਵਾਪਸ। ਜੀ ਮੋਰਲੀ ਹਥੇਲੀ ਦਬਾਣੀ, ਗੋਡਾ ਬਾਹਰ ਨੂੰ ਖਿੱਚਣਾ ਹੂੰ ਔਰ ਵਾਪਸ, ਫਿਰ ਮੋਰਲੀ ਹਥੇਲੀ ਦਬਾਣੀ, ਉੱਪਰਲਾ ਗੋਡਾ ਬਾਹਰ ਨੂੰ ਖਿੱਚਣਾ ਔਰ ਵਾਪਸ।
फिर थोड़ा तेज कर सकते हैं। 1 जी 2 1 2 1 2। सांस भरना, छड़ना, खिंचना, छड़ना, भरना, छड़ना, भरना, छड़ना एंड रिलैक्स। जी और फिर पेट दे ਵੱਲ ਲੇਟਣ ਵਾਲੀ ਤੀਸਰੀ क्रिया, जी ਪੇਟ ਦੀ ਮਾਲਿਸ਼ ਦੀ ਤੀਸਰੀ क्रिया। ਹੁਣ ਇਹਦੇ ਵਿੱਚ ਫਿਰ ਅਸੀਂ ਉਦਾਂ ਹੀ ਹੱਥ ਉੱਪਰ, सांस ਪਹਿਲਾਂ ਸਾਈਡ ਵੱਲ ਮੁੜ ਗਏ, ਇੱਕ ਵੱਖੀ ਦੇ ਭਾਰ ਆ ਗਏ। ਹੁਣ ਉੱਪਰਲਾ ਗੋਡਾ ਇਕੱਠਾ ਕਰਨਾ ਹੈਗਾ। ਜੀ ਪਿੱਛੇ ਨੂੰ ਪੈਰ ਅੱਡੀ ਜਿਹੜੀ ਪਿੱਛੇ ਲਾਉਣੀ ਆ। ਲਾਉਣੀ ਨਹੀਂ, ਗਿੱਟਾ ਪਕੜ ਲੈਣਾ। ਅੱਛਾ ਗਿੱਟਾ ਗਿੱਟਾ ਪਕੜਨਾ, ਕੇ ਅੱਡੀ ਨੂੰ ਦੂਰ ਖਿੱਚਣਾ ਹੈਗਾ। ਢੂਈ ਵੱਲ ਨੂੰ। ਹਾਂ, ਦੂਰ ਖਿੱਚਣਾ ਹੈਗਾ, ਮੋਢੇ ਨੂੰ ਖਿੱਚਣਾ ਜਾਣੀ। जी उधर गोडे ਨੂੰ तो उधर गोडे और ਨੂੰ। सांस ਭਰਦੇ ਹੋਏ, सांस ਭਰਨਾ ਔਰ ਅੱਡੀ ਨੂੰ ਦੂਰ ਖਿੱਚਣਾ ਹੈਗਾ। पेट ਦਾ, ਛਾਤੀ ਦਾ ਉੱਪਰਲਾ ਹਿੱਸਾ ਰਿਲੈਕਸ ਹੋਊਗਾ, ਨਿਚਲੇ ਹਿੱਸੇ ਤੇ ਦਬਾਅ ਆਊਗਾ जी ਔਰ सांस ਭਰਿਆ ਹੋਇਆ। जी सांस ਛੱਡਦੇ ਹੋਏ ਪੈਰ ਵਾਪਸ, ਹੱਥ ਵਾਪਸ। जी ਔਰ ਇਹ ਇੱਕ ਵੱਖੀ ਦੇ ਭਾਰ ਮਤਲਬ ਹੋਣਾ, ਜੇ ਸੱਜੇ ਬੰਨੇ ਨੂੰ ਹੋਇਆ ਤਾਂ ਖੱਬੇ। ਦੂਸਰੇ ਪਾਸੇ ਘੁੰਮ ਗਏ। ਜੀ ਜਿਹੜੀ ਲੱਤ ਉੱਪਰਲੀ ਆ ਤੇ ਲੱਤ। ਉੱਪਰਲਾ ਗੋਡਾ ਇਕੱਠਾ ਕਰਨਾ ਹਾਂ ਔਰ ਪੈਰ ਪਕੜ ਕੇ ਦੂਰ ਖਿੱਚਣਾ ਹੈਗਾ, सांस ਭਰਦੇ ਹੋਏ। ਜੀ ਜੀ ਵੀ ਲੱਤਾਂ ਨੂੰ ਖਿਚਾ ਤੇ ਮੋਢਿਆਂ ਨੂੰ ਪੇਟ ਦੇ ਖਿਚਾ। ਨਿਚਲੇ ਹਿੱਸੇ ਤੇ ਦਬਾਅ ਹੈਗਾ ਜੀ ਔਰ ਪੇਟ ਦੇ ਉੱਪਰਲੇ ਹਿੱਸੇ ਤੇ ਖਿਚਾਅ ਹੋਏਗਾ। ਅੱਡੀ ਦੂਰ ਖਿੱਚਣ ਦੇ ਨਾਲ ਖਿਚਾਅ। ਬਿਲਕੁਲ। ਤੇ ਜੇ ਤੁਸੀਂ ਖੱਬੇ ਪਾਸੇ ਨੂੰ ਆ ਤਾਂ ਸੱਜੀ ਲੱਤ। ਮਤਲਬ ਕੁਦਰਤੀ ਗੱਲ ਆ, ਜੇ ਜਿੱਧਰ ਨੂੰ ਘੁੰਮੇ ਆ ਉੱਪਰਲੀ ਲੱਤ ਨੂੰ ਇਕੱਠੀ ਕਰ ਲੈਣਾ, ਬਸ ਸਿੱਧਾ ਹੀ ਹਿਸਾਬ ਹੈਗਾ। सांस ਭਰਦੇ ਹੋਏ ਲੱਤ ਨੂੰ ਦੂਰ ਖਿੱਚਣਾ ਜੀ ਔਰ सांस ਛੱਡਦੇ ਵਾਪਸ। सांस ਭਰਦੇ ਹੋਏ ਪੈਰ ਪਕੜ ਕੇ ਅੱਡੀ ਨੂੰ ਦੂਰ ਖਿੱਚਣਾ ਹੈਗਾ ਔਰ सांस ਛੱਡਦੇ ਹੋਏ ਵਾਪਸ। सांस ਭਰਦੇ ਹੋਏ, सांस ਛੱਡਦੇ ਹੋਏ ਵਾਪਸ। ਜੀ ਦੇਖੋ ਨਾਲ ਦੀ ਨਾਲ ਪੇਟ ਤੇ ਦਬਾਅ ਔਰ ਖਿਚਾਵ, ਨਾਲ ਦੀ ਨਾਲ ਪੇਟ ਦੀ ਮਾਲਿਸ਼। ਇਹ ਨਾਰਮਲ ਸਪੀਡ ਤੋਂ ਬਾਅਦ ਮੱਧਮ ਗਤੀ 1 जी 2। सांस भरो 1, सांस ਛੱਡੋ 2, सांस भरो 1, सांस ਛੱਡੋ 2, सांस भरो 1, सांस ਛੱਡੋ 2। ਮੱਧਮ ਗਤੀ ਤੋਂ ਬਾਅਦ ਤੇਜ਼ 1 2 1 2 1 2 1 2 1 2। ਇੱਕ ਫੜਨ ਲਈ, ਦੋ ਛੱਡਣ ਲਈ। ਹਾਂਜੀ ਜੀ ਔਰ ਇਸ ਢੰਗ ਨਾਲ ਤੀਸਰੀ क्रिया ਕਰਨ ਦੇ ਬਾਅਦ ਹੁਣ ਰਿਲੈਕਸ ਕਰਨਾ ਹੈਗਾ। ਪੇਟ ਨੂੰ ਥੋੜਾ ਸਾਹ ਲੈ ਲਓ। ਹਥੇਲੀ ਤੇ ਹਥੇਲੀ ਰੱਖਣੀ ਹੈਗੀ, ਹੂੰ ਉੱਪਰ ਮੱਥਾ ਰੱਖ ਦੇਣਾ ਹੈਗਾ। ਜੀ ਠੋਡੀ ਹਲਕੀ ਜੀ ਜ਼ਮੀਨ ਨੂੰ ਟੱਚ ਕਰ ਜਾਵੇ ਔਰ ਪੈਰਾਂ 'ਚ ਥੋੜਾ ਜਿਹਾ ਫਾਸਲਾ। ਜੀ ਔਰ ਜਿੰਨੇ ਕਿ ਥੋੜੇ ਜਿਹੇ ਸਾਹ ਉਖੜੇ ਆ, ਜੀ ਸਾਹ ਤੇਜ਼ ਹੋਏ ਆ, ਉਹਨਾਂ ਨੂੰ ਨਾਰਮਲ ਕਰਨਾ ਹੈਗਾ ਜੀ ਜਾਂ 2-4 ਗਹਿਰੇ ਸਾਹ ਲੈ ਲੈਣੇ ਹੈਗੇ। ਸੋ ਪੇਟ ਦੇ ਵੱਲ ਗਤੀਆਤਮਕ ਕਿਰਿਆਵਾਂ ਦੇ ਬਾਅਦ, ਪੇਟ ਦੀ ਮਾਲਿਸ਼ ਦੇ ਬਾਅਦ ਹੁਣ ਅਸੀਂ ਅਗਲੀ ਕਿਰਿਆ ਵੱਲ ਵਧਦੇ ਹਾਂ। ਜੀ ਹੁਣ ਅਸੀਂ ਕੀ ਕਰਨਾ, ਪੈਰ ਜੋੜਨੇ ਪਿੱਛੇ, पेट ਦੇ ਵੱਲ ਲੇਟੇ ਹੋਏ ਆ, ਪੈਰ ਪਿੱਛੇ ਜੋੜ ਲਏ ਜੀ ਹੱਡੀਆਂ ਔਰ ਪੰਜੇ। ਔਰ ਫਿਰ ਜਿਹੜਾ ਹੈ ਕੂਣੀਆਂ ਨੀਚੇ ਲਗਾਈਆਂ ਔਰ ਹਥੇਲੀਆਂ ਦੇ ਉੱਤੇ ਠੋਡੀ ਟਿਕਾ ਲਈ, ਜਿੱਦਾਂ ਇੱਕਦਮ ਅਸੀਂ ਟੀਵੀ ਦੇਖਦੇ ਲੰਮੇ ਪੈ ਪੈ। ਹਾਂ, ਪੇਟ ਦੇ ਵੱਲ ਲੇਟ ਕੇ ਟੀਵੀ ਦੇਖਣਾ ਹੈ। ਜੀ ਦੇਖੋ ਇੱਕ ਗੱਲ ਇਹਦੇ ਵਿੱਚ ਖਾਸ ਤੌਰ ਤੇ ਧਿਆਨ ਦੇਣ ਵਾਲੀ ਹੈ ਜੀ ਕਿ ਪੇਟ ਦੀਆਂ ਕਿਰਿਆਵਾਂ ਉਦੋਂ ਹੀ ਕਰ ਸਕਦੇ ਹਾਂ ਜਦੋਂ ਸਾਡਾ ਪੇਟ ਖਾਲੀ ਹੋਊਗਾ। ਬਿਲਕੁਲ। ਮੈਂ ਵੀ ਜੇ ਕਰ ਰਿਹਾ ਵਾਂ ਤੇ ਮੈਂ ਸਵੇਰ ਤੋਂ ਕੁਝ ਨਹੀਂ ਖਾਦਾ, ਹੂੰ ਇਸ ਗੱਲ ਦੇ ਲਈ ਸੁਚੇਤ ਰਿਹਾ ਹਾਂ। ਜੀ ਤਾਂ ਜੇ ਕੋਈ ਦਰਸ਼ਕ ਰੋਟੀ ਖਾਦੀ ਹੋਆ ਤਾਂ ਕਹੇ ਕਿ ਮੈਂ ਵੀ ਨਾਲੋਂ ਨਾਲ ਲੱਗ ਪਵਾਂ ਜੀ ਤੇ ਉਹਨੂੰ ਉਲਟਾ ਪ੍ਰੋਬਲਮ ਹੋਊਗੀ। ਸੋ ਇਸ ਕਰਕੇ ਖਾਲੀ ਪੇਟ ਹੋਣਾ ਜ਼ਰੂਰੀ ਆ, ਜਾਂ ਖਾਣਾ ਖਾਦੇ ਨੂੰ 3-4 ਘੰਟੇ ਹੋ ਗਏ ਹੋਣ। ਜੀ ਔਰ ਹੁਣ ਨੈਕਸਟ ਜਿਹੜੀ ਕਿਰਿਆ ਹੈ, ਠੋਡੀ ਹਥੇਲੀਆਂ ਦੇ ਉੱਤੇ ਟਿਕਾ ਲਈ, ਜੀ ਹੱਡੀਆਂ ਮਿਲਾ ਲਈਆਂ। ਜੀ ਹੁਣ ਇੰਨੇ ਨਾਲ ਕੀ ਹੋ ਗਿਆ ਕਿ ਪਿੱਠ 'ਚ ਕਰਵ ਆ ਗਿਆ, ਬੈਕਵਰਡ ਬੈਂਡ ਹੋ ਗਿਆ ਜੀ ਔਰ ਪੇਟ ਦੇ ਉੱਤੇ, ਨਿਚਲੇ ਪੇਟ ਦੇ ਉੱਤੇ ਦਬਾਅ ਵੱਧ ਗਿਆ। ਜੀ 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 ਇਹਨੂੰ ਆਪਾਂ ਇਦਾਂ ਕਰ ਸਕਦੇ ਹਾਂ, ਲੰਬਾ ਸਾਹ ਭਰੋ, ਰੋਕੋ, ਧਿਆਨ ਲੋਅਰ ਬੈਕ ਤੇ, ਪਿੱਠ ਤੇ ਧਿਆਨ ਲੈ ਜਾਣਾ, ਪਿੱਠ ਨੂੰ ਤਾਕਤ। ਜੀ ਹੁਣ ਸਾਹ ਛੱਡੋ, ਰੋਕੋ, ਜੀ ਪੇਟ ਪਿਚਕ ਜਾਊਗਾ, ਪੇਟ ਤੇ ਧਿਆਨ ਲੈ ਜਾਓ, ਨਾਭੀ ਤੇ ਧਿਆਨ। ਜੀ ਦੂਜੀ ਵਾਰ ਸਾਹ ਭਰੋ, ਰੋਕੋ ਔਰ ਛੱਡੋ, ਰੋਕੋ। ਤੀਜੀ ਵਾਰ ਸਾਹ ਭਰੋ, ਰੋਕੋ, ਲੋਅਰ ਬੈਕ ਤੇ, ਪਿੱਠ ਦੇ ਨਿਚਲੇ ਹਿੱਸੇ ਤੇ ਧਿਆਨ, ਛੱਡੋ, ਰੋਕੋ। ਜੀ
ਪੇਟ ਖਾਲੀ ਹੋ ਗਿਆ, ਪੇਟ ਤੇ ਧਿਆਨ। ਸੋ ਇਸ ਢੰਗ ਨਾਲ ਥੋੜਾ ਜਿਹਾ ਬੈਕਵਰਡ ਬੈਂਡ ਆ, ਥੋੜਾ ਜਿਹਾ ਪੇਟ ਤੇ ਦਬਾਅ ਆ, ਪੇਟ ਦੀ ਇੱਕ ਤਰ੍ਹਾਂ ਨਾਲ ਮਾਲਿਸ਼ ਹੋ ਰਹੀ ਆ। ਜੀ ਹੁਣ ਅਸੀਂ ਥੋੜੇ ਜਿਹੇ ਪੈਰ ਖੋਲਣੇ ਹੈਗੇ। ਜੀ ਪੈਰ ਖੋਲ ਕੇ ਅੱਡੀਆਂ ਅੰਦਰ ਲਗਾ ਦੇਣੀਆਂ। ਜੀ ਔਰ ਮਤਲਬ ਪੰਜੇ ਬਾਹਰ ਵੱਲ ਨੂੰ ਕਰਨੇ, ਅੱਡੀਆਂ ਅੰਦਰ ਵੱਲ ਨੂੰ ਕਰਨੀਆਂ, ਤਾਂ ਲੱਤਾਂ ਨੂੰ ਖੋਲਣਾ ਥੋੜਾ ਅੱਡੀਆਂ ਅੰਦਰ ਲਗਾ ਕੇ ਅੱਡੀਆਂ ਨੂੰ ਹੋਰ ਖੋਲੋ। ਜੀ ਜਿੰਨਾ ਤੁਸੀਂ ਕਰ ਸਕਦੇ ਹੋ। ਮੈਕਸਿਮਮ ਜਿਹੜਾ ਹੈ ਪੈਰਾਂ ਨੂੰ ਖੋਲਣਾ ਹੈਗਾ। ਜੀ ਇਹਦੇ ਨਾਲ ਲੱਤਾਂ ਦੇ ਅੰਦਰੂਨੀ ਹਿੱਸੇ 'ਚ ਵੀ ਖਿਚਾਵ ਆ ਗਿਆ। ਜੀ ਔਰ ਪਿੱਠ ਤੇ ਜਾਂ ਪੇਟ ਤੇ ਜਿਹੜਾ ਵਾ, ਪੇਟ ਤੇ ਦਬਾਅ ਵੱਧ ਗਿਆ ਔਰ ਪਿੱਠ ਤੇ ਖਿਚਾਵ ਵੱਧ ਗਿਆ। ਪਿੱਠ ਤੇ ਵੀ ਜਾਣੀ ਜਿਹੜਾ ਵਾ ਪ੍ਰੈਸ਼ਰ ਥੋੜਾ ਜਿਹਾ ਵੱਧ ਗਿਆ। ਤੇ ਨਾਲੇ ਜਿਨ੍ਹਾਂ ਦੇ ਪਿੱਠ 'ਚ ਦਰਦ ਹੁੰਦਾ ਉਹਦੇ ਲਈ ਵੀ ਫਾਇਦਾ, ਜਿਨ੍ਹਾਂ ਨੂੰ ਪੇਟ 'ਚ ਪ੍ਰੋਬਲਮ ਆ ਉਹਦਾ ਵੀ ਫਾਇਦਾ। ਜੀ ਤੋ ਹੁਣ ਫੇਰ ਉਦਾਂ ਹੀ ਕਰਨਾ ਹੈਗਾ। ਲੰਬਾ ਸਾਂਸ ਭਰੋ, ਰੋਕੋ। ਇਹਨੂੰ ਕਹਿੰਦੇ ਪੂਰਕ ਔਰ ਅੰਤਰੀ ਕੁੰਭਕ। ਜੀ ਤੇ ਧਿਆਨ ਪਿੱਠ ਤੇ। ਜੀ ਛੱਡੋ, ਰੋਕੋ। ਜੀ पेट पिचक गया और पेट ते ध्यान। दूसरी बार फिर भरो, रोको। ਹੁਣ ਅਸੀਂ ਧਿਆਨ ਛਾਤੀ ਤੇ ਵੀ ਲਿਆ ਸਕਦੇ ਹਾਂ, ਕਿਉਂਕਿ ਸਾਂਸ ਛਾਤੀ 'ਚ ਹੀ ਜਾਂਦਾ ਹੁੰਦਾ ਹੈ। ਜੀ ਅਕੜਾ ਸਕਦੇ ਹਾਂ ਛਾਤੀ ਨੂੰ ਥੋੜੀ। ਛੱਡੋ, ਰੋਕੋ ਔਰ ਪੇਟ ਪਿਚਕਾਉਂਦੇ ਹੋਏ। ਇਦਾਂ ਹੀ ਤੀਸਰੀ ਵਾਰ ਕਰ ਸਕਦੇ ਹੈਗੇ। ਸਾਂਸ ਭਰੋ, ਰੋਕੋ, ਛੱਡੋ, ਰੋਕੋ। ਸੋ ਇਸ ਢੰਗ ਨਾਲ ਅਸੀਂ ਪੇਟ ਦੀ ਇੱਕ ਢੰਗ ਨਾਲ ਸਾਹਾਂ ਦੇ ਰਾਹੀਂ ਮਾਲਿਸ਼ ਕੀਤੀ। ਜੀ ਹੁਣ ਅਸੀਂ ਅਗਲੀ ਕਿਰਿਆ ਕੀ ਕਰ ਸਕਦੇ ਹੈਗੇ ਆ ਕਿ ਕੂਹਣੀਆਂ ਨੀਚੇ ਲਗਾ ਕੇ ਹੱਥਾਂ ਦਾ ਲੋਕ ਲਗਾ ਸਕਦੇ ਆ ਔਰ ਠੋਡੀ ਥੋੜੀ ਜਿਹੀ ਉੱਪਰ ਵੱਲ ਨੂੰ। ਜੀ ਔਰ ਹੁਣ ਅਸੀਂ ਨਾਲ ਦੀ ਨਾਲ ਜਦੋਂ ਇੱਕ ਗੋਡਾ ਮੋੜ ਕੇ ਅੱਡੀ ਸਰੀਰ ਵੱਲ ਲਗਾਵਾਂਗੇ ਤੇ ਇਧਰਲੀ ਸਾਈਡ ਦੇ ਪੇਟ ਦੇ ਨਿਚਲੇ ਹਿੱਸੇ ਤੇ ਖਿਚਾਵ ਦਬਾਅ बढ़ूगा और वापस। जी फिर दूसरी पासे दी अड्डी और वापस। शुरू ਚ ਹੋ ਸਕਦਾ ਤੁਹਾਡੀ ਅੱਡੀ ਨਾ ਲੱਗੇ जी ਔਰ ਉਹਦੇ ਵਾਸਤੇ ਆਪਾਂ ਇਦਾਂ ਵੀ ਕਰ ਸਕਦੇ ਹਾਂ। ਪੈਰ ਪਕੜਿਆ जी ਔਰ ਅੱਡੀ ਨਾਲ ਲਗਾ जी ਔਰ ਨਾਲ ਸਾਂਸ ਭਰਿਆ, ਠੋਡੀ ਥੋੜੀ ਜਿਹੀ ਉਠਾ ਕੇ ਰੱਖੀ। ਇਹਦੇ ਨਾਲ ਗੋਡੇ ਤੇ ਵੀ ਖਿਚਾਵ ਵੱਧ ਗਿਆ, ਪੱਟ ਤੇ ਵੀ ਖਿਚਾਵ ਵੱਧ ਗਿਆ ਔਰ ਪੇਟ ਦੇ ਨਿਚਲੇ ਹਿੱਸੇ ਤੇ ਵੀ ਦਬਾਅ बढ़ गया। जी और फिर वापस। सो इस ढंग ਨਾਲ ਤਾਂ ਕਰ ਹੀ ਸਕਦੇ ਹਾਂ। ਬਿਲਕੁਲ। ਸਾਂਸ ਭਰਦੇ ਹੋਏ ਔਰ ਅੱਡੀ ਨਾਲ ਦਬਾਣਾ, ਅੱਡੀ ਸਰੀਰ ਦੇ ਨਾਲ ਲਗਾਣੀ। ਗੋਡੇ ਤੇ ਖਿਚਾਵ ਵੱਧ ਗਿਆ, ਪੱਟ ਤੇ ਖਿਚਾਵ ਵੱਧ ਗਿਆ, ਪੇਟ ਦੀ ਖੱਬੀ ਸਾਈਡ ਤੇ ਖਿਚਾਵ ਵੱਧ ਗਿਆ, ਦਬਾਅ ਵੱਧ ਗਿਆ। जी ਔਰ ਇਸ ਢੰਗ ਨਾਲ ਸ਼ੁਰੂ ਜਦੋਂ ਸਲੋ ਕਰਾਂਗੇ ਉਦੋਂ ਹੋ ਸਕਦਾ ਅੱਡੀ ਤੁਹਾਡੀ ਇਦਾਂ ਨਾਲ ਨਾ ਲੱਗੇ। जी ਜਦੋਂ ਥੋੜਾ ਮੀਡੀਅਮ ਔਰ ਫਾਸਟ ਤੇ ਆ ਜਾਓਗੇ ਫਿਰ ਤੁਹਾਡੀ ਅੱਡੀ ਜਿਹੜੀ ਆ ਉਹ ਨਾਲ ਲੱਗਣੀ ਸ਼ੁਰੂ ਹੋ ਜਾਊਗੀ। ਮੈਂ ਮੀਡੀਅਮ ਤੇ ਜਾਣਾ, ਪਹਿਲਾਂ ਸਲੋ। ਆ ਦੇਖੋ ਇਹ ਹੋ ਸਕਦਾ ਅੱਡੀ ਥੋੜੀ ਜਿਹੀ ਘੱਟ ਲੱਗੇ, ਨੇੜੇ ਜਾਊਗੀ। जी ਔਰ ਫਿਰ ਮੀਡੀਅਮ ਤੇ ਆ ਗਏ, ਆ ਅੱਡੀ ਟੱਚ ਕਰਨ ਲੱਗ ਪਈ। जी जी ਗੋਡਿਆਂ ਦੀ ਮਜ਼ਬੂਤੀ ਵੀ ਇਹਦੇ ਨਾਲ ਹੋ ਜਾਣੀ ਹੈ। ਨਾਲ ਗੋਡਿਆਂ ਦੀ ਐਕਸਰਸਾਈਜ਼ ਹੋ ਗਈ, ਗੋਡਿਆਂ ਤੇ ਭਾਰ ਵੀ ਕੋਈ ਨਹੀਂ ਪਿਆ। जी ਔਰ ਨਾਲ ਦੀ ਨਾਲ ਜਿਹੜਾ ਹੈ ਪੇਟ ਦੇ ਨਿਚਲੇ ਹਿੱਸੇ ਦੀ ਮਾਲਿਸ਼ ਹੋ ਰਹੀ ਹੈ ਇਹਦੇ ਨਾਲ। जी ਕਿਉਂਕਿ ਅਸੀਂ ਕਰਵ ਉੱਪਰੋਂ ਕਰਵ ਬਣਾਈ ਹੋ ਆ, ਠੇਡੀ ਨੂੰ ਉੱਪਰ ਨੂੰ ਥੋੜਾ ਜਿਹਾ ਉਠਾ ਕੇ ਰੱਖਣਾ ਹੈਗਾ। ਔਰ सांस लंबे लंबे और फिर फास्ट। जी जी ਜਿੰਨੀ ਸਪੀਡ ਲੱਤਾਂ ਦੀ ਉਨੀ ਸਪੀਡ ਸਾਹਾਂ ਦੀ ਵੀ ਆਪਾਂ ਕਰ ਸਕਦੇ ਹਾਂ। ਔਰ ਜਾਂ ਇੱਕ ਸਾਂਸ ਦੋ ਵਾਰ ਵੀ ਕਰ ਸਕਦੇ ਹੈਗੇ ਜਦੋਂ ਤੇਜ਼ ਕਰਨਾ ਹੈ। ਜੀ ਸੋ ਇਸ ਢੰਗ ਨਾਲ ਗੋਡਿਆਂ ਦੀ ਕਿਰਿਆ ਇੱਕ ਹੋ ਗਈ। ਜੀ ਹੁਣ ਗੋਡਿਆਂ ਦੀ ਦੂਸਰੀ ਕਿਰਿਆ ਵੀ ਨਾਲ ਕਰ ਸਕਦੇ ਹੈਗੇ ਆ ਅਸੀਂ। ਜੇ ਚਾਹੀਏ, ਜੇ ਹੋ ਸਕੇ ਤਾਂ ਗੋਡਿਆਂ ਦੇ ਥੱਲੇ ਕਿਤੇ ਸਰਾਣਾ ਰੱਖ ਲਿਆ ਜਾਵੇ। ਜੀ ਉਹ ਹੋਰ ਵਧੀਆ ਹੋਊਗਾ। ਬਿਲਕੁਲ। ਉਹ ਤੁਹਾਨੂੰ ਫਰਸ਼ ਚ ਥੋੜਾ ਜਿਹਾ ਪੇਟ ਤੇ ਦਬਾਅ ਵੱਧ ਜਾਊਗਾ। ਜੀ ਤੇ ਗੋਡਿਆਂ ਦੇ ਥੱਲੇ ਸਰਾਣਾ ਰੱਖਣ ਨਾਲ ਗੋਡਿਆਂ ਨੂੰ ਜਦੋਂ ਘੁਮਾਣਾ ਆ ਜੀ ਉਹਨਾਂ ਦੀ ਚੱਪਣੀਆਂ ਦੀ ਵਧੀਆ ਮਾਲਿਸ਼ ਹੋਊਗੀ। ਜੀ ਜੀ ਸਪੋਜ਼ ਮੈਂ ਸਰਾਣਾ ਤਾਂ ਨਹੀਂ ਹੈਗਾ, ਜੀ ਮੈਂ ਛੋਟਾ ਤੌਲੀਆ ਆ, ਜੀ ਇਸ ਨੂੰ ਮੈਂ ਚੌੜਾ ਕਰਕੇ ਤੇ ਗੋਡਿਆਂ ਦੇ ਥੱਲੇ ਰੱਖ ਲਿੱਤਾ। ਜੀ ਸਮਝ ਲਓ ਕਿ ਇਹ ਸਰਾਣਾ ਆ। ਜੀ ਤੇ ਸਰਾਣੇ ਆ ਉੱਤੇ ਗੋਡੇ ਟਿਕਾ ਲਿੱਤੇ। ਜੀ ਔਰ ਫਿਰ ਮਤਲਬ ਇਧਰੋਂ ਕੋਹਣੀਆਂ ਠੀਕ ਮੋਢਿਆਂ ਦੇ ਥੱਲੇ, ਭਾਵੇਂ ਹੱਥਾਂ ਦਾ ਲੋਕ ਲਗਾ ਲਓ ਔਰ ਠੋਡੀ ਨੂੰ ਉਠਾ ਕੇ ਰੱਖਣਾ। ਜੀ ਜਦੋਂ ਠੋਡੀ ਉਠਾ ਕੇ ਰੱਖਾਂਗੇ ਪੇਟ ਤੇ ਖਿਚਾਵ ਆ ਜਾਊਗਾ। ਜੀ ਔਰ ਹੁਣ ਅਸੀਂ ਗੋਡੇ ਜਿਹੜੇ ਆ ਇਦਾਂ ਸਰਕਲ ਚ ਕਲੌਕਵਾਈਜ਼ ਜੀ ਘੁਮਾ ਸਕਦੇ ਹਾਂ।
ਇਹਦੇ ਨਾਲ ਪੇਟ ਜਿਹਦਾ ਵਧਿਆ ਹੋਇਆ ਉਹ ਵੀ ਸੈੱਟ ਹੋ ਜੂ ਹੌਲੀ ਹੌਲੀ। ਹਾਂ, ਨਾਲ ਨਾਲ ਪੇਟ ਦੀ ਵੀ ਮਾਲਿਸ਼ ਹੋ ਰਹੀ ਆ ਜੀ ਔਰ ਨਾਲ ਨਾਲ ਗੋਡਿਆਂ ਦੀ ਚੱਪੜੀਆਂ ਦੀ ਵੀ ਮਾਲਿਸ਼ ਹੋ ਰਹੀ ਆ। ਜੀ ਜੀ ਸਿਰ ਨੀਵਾ ਨਹੀਂ ਕਰਨਾ ਭਾਈ, ਜੀ। ਸਿਰ ਨੂੰ ਥੋੜਾ ਜਿਹਾ ਉੱਪਰ ਵੱਲ ਨੂੰ ਖਿੱਚਾਂਗੇ ਤਾਂ ਪੇਟ ਤੇ ਦਬਾਅ ਔਰ ਖਿਚਾਵ ਬਣਿਆ ਰਹੂਗਾ। ਔਰ ਜਿਵੇਂ ਅਸੀਂ ਘੁਮਾਦਾ ਗੋਡੇ ਰਹੇ ਆ, ਲੇਕਿਨ ਉਹਦੇ ਨਾਲ ਨਾਲ ਪੇਟ ਦਾ ਵੀ ਇੱਕ ਢੰਗ ਨਾਲ ਘੁਮਾਉਂਦੇ ਹੋਏ ਉਹਨਾਂ ਪੂਰੇ ਪੇਟ ਦੇ ਉੱਤੇ ਵੀ ਇਹਦਾ ਅਸਰ ਹੋ ਰਿਹਾ ਹੈ ਜੀ। ਤਾਂ ਕਲੌਕਵਾਈਜ਼ ਘੁਮਾਉਣ ਤੋਂ ਬਾਅਦ ਫਿਰ ਐਂਟੀ ਕਲੌਕਵਾਈਜ਼। ਪਹਿਲਾਂ ਸਿੱਧਾ, ਪਹਿਲਾਂ ਖੱਬੇ ਬੰਨੇ ਨੂੰ ਘੁਮਾਓ। ਕਲੌਕਵਾਈਜ਼ ਦਾ ਮਤਲਬ ਹੁੰਦਾ ਸੱਜੇ ਪਾਸੇ ਵੱਲ ਨੂੰ ਪਹਿਲਾਂ ਜਾਓ। ਹਾਂ, ਪਹਿਲਾਂ ਐਂਟੀ ਸੱਜੇ। ਕਲੌਕਵਾਈਜ਼ ਦਾ ਮਤਲਬ ਹੁੰਦਾ ਖੱਬੇ ਪਾਸੇ ਵੱਲ ਨੂੰ। ਪਹਿਲਾਂ ਸੱਜੇ ਪਾਸੇ ਤੋਂ ਹੀ ਆਪਾਂ ਚੱਲਨੇ ਆ, ਸੱਜੇ ਇੱਧਰ ਦੀ ਉੱਪਰ ਦੀ ਹੋ ਕੇ। ਉਦਾਂ ਤਾਂ ਖੈਰ ਕੋਈ ਗੱਲ ਨਹੀਂ, ਤੁਸੀਂ ਦੂਜੇ ਪਾਸੇ ਵੀ ਚੱਲ ਜਾਓ, ਪਰ ਸਿੱਧਾ ਹਿਸਾਬ ਰਹਿੰਦਾ ਕਲੌਕਵਾਈਜ਼ ਐਂਡ ਐਂਟੀ ਕਲੌਕਵਾਈਜ਼। ਔਰ ਫਿਰ ਨਾਲ ਨਾਲ ਸਾਹਾਂ, ਲੰਬੇ ਸਾਹਾਂ ਨੂੰ ਵੀ ਜੋੜੋ। ਪਹਿਲਾਂ ਨਾਰਮਲ ਸਪੀਡ, ਫਿਰ ਮੀਡੀਅਮ ਸਪੀਡ ਆ ਗਈ ਔਰ ਫਿਰ ਫਾਸਟ ਸਪੀਡ ਆ ਗਈ। ਠੀਕ ਹੈ ਨਾ? ਥੱਲੇ ਸਰਾਣਾ ਹੋਊਗਾ, ਗੋਡੇ ਦੀਆਂ ਚੱਪਣੀਆਂ ਦੀ ਵਧੀਆ ਮਾਲਿਸ਼ ਹੋਊਗੀ ਔਰ ਨਾਲ ਦੀ ਨਾਲ ਜਿਹੜਾ ਸਿਰ ਇਹ ਚੱਪਣੀ ਸਰਾਣੇ ਦੀ ਗੱਲ ਅਸੀਂ ਤਾਂ ਕਰ ਰਹੇ ਹਾਂ ਕਿਉਂਕਿ ਜਦੋਂ ਤੁਸੀਂ ਘੁਮਾਓਗੇ ਤੁਹਾਡੀਆਂ ਚੱਪਣੀਆਂ ਜਿਹੜੀਆਂ ਗੋਡੇ ਜਿਹੜੇ ਰਗੜ ਨਾ ਹੋਣ ਤੇ ਹੌਲੀ ਹੌਲੀ ਸੌਫਟਲੀ ਜਗ੍ਹਾ ਸੌਫਟਨੈਸ ਮਿਲੂਗੀ, ਉਹਨਾਂ ਨੂੰ ਰਾਹਤ ਮਿਲੂਗੀ, ਉਹਨਾਂ ਨੂੰ ਸਪੋਰਟ ਮਿਲੂਗੀ। ਜੀ ਜੀ। ਔਰ ਇਦਾਂ ਹੀ ਐਂਟੀ ਕਲੌਕਵਾਈਜ਼, ਕਲੌਕਵਾਈਜ਼ ਤੋਂ ਬਾਅਦ ਐਂਟੀ ਕਲੌਕਵਾਈਜ਼ ਵੀ, ਪਹਿਲਾਂ ਸਲੋ, ਹਾਂਜੀ, ਫਿਰ ਮੀਡੀਅਮ ਜੀ, ਔਰ ਫਿਰ ਫਾਸਟ। ਜੀ 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 ਜੀ। ਇਸ ਤਰ੍ਹਾਂ ਨਾਲ ਅਸੀਂ ਜੇ ਸਿਰ ਨੀਵਾ ਕਰ ਦਾਂਗੇ ਪੇਟ ਤੇ ਖਿਚਾਅ ਘਟ ਜਾਊਗਾ। ਸਿਰ ਨੂੰ ਥੋੜਾ ਉਠਾ ਕੇ ਰੱਖਣਾ, ਠੋਡੀ ਥੋੜੀ ਜਿਹੀ ਉੱਪਰ ਉਠਾ ਕੇ ਰੱਖਣੀ ਹੈਗੀ, ਪੇਟ ਤੇ ਦਬਾਅ ਬਣਾਈ ਰੱਖਣਾ ਹੈਗਾ। ਔਰ ਜਿਵੇਂ ਜਿਵੇਂ ਉਹ ਲੱਤਾਂ ਦੀ ਕਿਰਿਆ ਦੇ ਨਾਲ ਨਾਲ ਗੋਡਿਆਂ ਨੂੰ ਵੀ ਤਾਕਤ ਮਿਲਣੀ ਆ ਔਰ ਨਾਲ ਨਾਲ ਪੇਟ ਦੇ ਨਿਚਲੇ ਹਿੱਸਿਆਂ ਨੂੰ ਵੀ ਤਾਕਤ ਮਿਲਣੀ ਹੈਗੀ। ਜੀ 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 ਜੀ। ਔਰ ਇਹਦੇ ਇੱਕ ਹੋਰ ਕਿਰਿਆ ਕਰ ਸਕਦੇ, ਤੀਸਰੀ ਗੋਡਿਆਂ ਦੀ, ਜੀ, ਜਿਹਦੇ ਗੋਡੇ ਨਾਲੇ ਦੇਖੋ ਪੇਟ ਦੇ ਨਾਲ ਨਾਲ ਗੋਡਿਆਂ ਦੀ ਵੀ ਕਿਰਿਆ ਹੋ ਰਹੀ ਆ ਜੀ। ਔਰ ਗੋਡਿਆਂ ਜਿਹਨਾਂ ਦਾ ਭਾਰ ਜ਼ਿਆਦਾ ਹੁੰਦਾ ਉਹ ਜਦੋਂ ਗੋਡਿਆਂ ਦੀਆਂ ਐਕਸਰਸਾਈਜ਼ਾਂ ਕਰਦੇ ਆ, ਭਾਰ ਤਾਂ ਗੋਡਿਆਂ ਤੇ ਪੈ ਜਾਂਦਾ, ਉਹਨਾਂ ਨੂੰ ਹੋਰ ਪ੍ਰੋਬਲਮ ਆਉਂਦੀ ਆ ਜੀ। ਸੋ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਆ, ਗੋਡੇ ਬਹੁਤ ਦਰਦ ਕਰਦੇ ਆ, ਉਹ ਨਾਲੇ ਤਾਂ ਪੇਟ ਘਟੂਗਾ ਤੇ ਨਾਲੇ ਗੋਡਿਆਂ ਨੂੰ ਤਾਕਤ ਮਿਲੂਗੀ ਜੀ, ਨਾਲੇ ਗੋਡਿਆਂ ਤੇ ਲੋਡ ਕੋਈ ਨਹੀਂ ਪਿਆ। ਬਿਲਕੁਲ। ਔਰ ਹੁਣ ਇੱਕ ਅਸੀਂ ਕਿਰਿਆ ਗੋਡਿਆਂ ਦੀ ਇੱਕ ਹੋਰ ਨਾਲ ਨਾਲ ਕਰ ਲੈਣੀ ਆ ਜੀ। ਉਦਾਂ ਹੀ ਲੇਟੇ ਰਹਿਣਾ ਹੈਗਾ, ਕੂਣੀਆਂ ਨੀਚੇ ਲਗਾ ਕੇ ਜੀ, ਕੂਣੀਆਂ ਠੀਕ ਮੋਢਿਆਂ ਦੇ ਥੱਲੇ, ਬਾਜੂ ਇੰਨਾ ਸਰੀਰ ਉੱਪਰੋਂ ਉੱਠਿਆ ਹੋਇਆ ਜੀ, ਔਰ ਠੋਡੀ ਥੋੜੀ ਜਿਹੀ ਉੱਪਰ ਵੱਲ ਨੂੰ ਖਿੱਚ ਕੇ ਹੀ ਰੱਖਣੀ ਹੈਗੀ। ਹੁਣ ਇਦਾਂ ਕ੍ਰਾਸ ਕਰਨਾ ਹੈਗਾ, ਮਤਲਬ ਸੱਜੀ ਖੱਬੇ ਵਾਲੇ ਬੰਨੇ ਨੂੰ ਤੇ ਖੱਬੀ ਸੱਜੇ ਵਾਲੇ ਬੰਨੇ ਨੂੰ। ਜਦੋਂ ਬੈਠੇ ਪੈ ਬੱਚੇ ਇਹੋ ਜਿਹੇ ਨਿੱਕੇ ਨਿੱਕੇ ਕੰਮ ਕਰਦੇ ਹੁੰਦੇ, ਉਹ ਮਤਲਬ ਲੱਤਾਂ ਉਹਨਾਂ ਦੀਆਂ ਰੁਕਦੀਆਂ ਨਹੀਂ, ਕਰੀ ਜਾਂਦੇ ਹੁੰਦੇ ਆ। ਨਾਲ ਦੀ ਨਾਲ ਲੱਤਾਂ ਦੀ ਕਿਰਿਆ ਹੋ ਰਹੀ, ਗੋਡਿਆਂ ਦੀ ਮਜ਼ਬੂਤੀ ਹੋ ਰਹੀ ਆ ਜੀ। ਔਰ ਇਹਦੇ ਨਾਲ ਕੀ ਹੈਗਾ, ਜਦੋਂ ਤੱਕ ਅਸੀਂ ਅੱਡੀਆਂ ਸਰੀਰ ਦੇ ਨਾਲ ਲਗਾਉਣ ਦੀ ਕੋਸ਼ਿਸ਼ ਕਰਦੇ ਸੀ ਜੀ, ਉਦੋਂ ਗੋਡਿਆਂ ਦੇ ਉੱਪਰਲੇ ਔਰ ਨਿਚਲੇ ਹਿੱਸੇ ਤੇ ਖਿਚਾਅ ਪੈਂਦਾ ਸੀ। ਹੁਣ ਇਹਦੇ ਵਿੱਚ ਗੋਡਿਆਂ ਦੇ ਬਾਹਰਲੇ ਔਰ ਅੰਦਰਲੇ ਹਿੱਸਿਆਂ ਤੇ ਖਿਚਾਅ ਜੀ, ਜਦੋਂ ਅਸੀਂ ਕ੍ਰਾਸ ਕਰਦੇ ਹੈਗੇ, ਪਹਿਲਾਂ ਸਲੋ ਔਰ ਫਿਰ ਮੀਡੀਅਮ ਔਰ ਫਿਰ ਫਾਸਟ ਵੀ ਕਰ ਸਕਦੇ ਹੈਗੇ ਜੀ। ਔਰ ਇਸ ਢੰਗ ਨਾਲ ਜਿਹੜਾ ਹੈ ਮਤਲਬ ਕਾਫੀ ਰਾਹਤ ਮਿਲ ਗਈ ਜੀ ਗੋਡਿਆਂ ਨੂੰ, ਗੋਡਿਆਂ ਦੀ ਮਜ਼ਬੂਤੀ ਦੀਆਂ ਕਿਰਿਆਵਾਂ ਹੋ ਗਈਆਂ। ਔਰ ਫਿਰ ਅਸੀਂ ਰਿਲੈਕਸ ਕਰਨਾ, ਰੈਸਟ ਕਰਨੀ ਥੋੜੀ ਜੀ ਜੀ। ਹਥੇਲੀ ਤੇ ਹਥੇਲੀ ਰੱਖ ਕੇ ਉੱਤੇ ਮੱਥਾ ਔਰ ਨॉर्मल ਪੈਰਾਂ ਦਾ ਫਾਸਲਾ ਤੇ ਨॉर्मल ਬਰੀਥਿੰਗ ਔਰ ਥੋੜੀ ਡੀਪ ਬਰੀਥਿੰਗ, ਹਲਕੇ ਸਾਹ ਲੈਣੇ, ਹਲਕੇ ਹਲਕੇ। ਤੇ ਜਦੋਂ ਤੁਹਾਡੇ ਸਾਹ ਉਖੜੇ ਹੋਏ ਸਾਹ ਸ਼ਾਂਤ ਹੋ ਜਾਣ, ਫਿਰ ਅਗਲੀ ਕਿਰਿਆ ਵੱਲ ਵਧਣਾ ਹੈਗਾ ਜੀ ਜੀ ਜੀ। ਆਪਣੇ ਅਗਲੀ ਕਿਰਿਆ ਜਿਹੜੀ ਹੈ ਉਹਦਾ ਨਾਮ ਹੈ ਭੁਜੰਗਾਸਨ ਜੀ। ਤੇ ਭੁਜੰਗਾਸਨ ਗਦੀ ਆਤਮਕ ਜਦੋਂ ਕਰਨੀ ਆ, ਉਹਦਾ ਅਸਰ ਪੇਟ ਤੇ ਹੋਣਾ ਹੈਗਾ ਜੀ। 3 ਪੇਟ ਦੀਆਂ ਬਹੁਤ ਵਧੀਆ ਕਿਰਿਆਵਾਂ ਇਹ ਅਸੀਂ ਕਰ ਸਕਦੇ ਹੈਗੇ ਆ। ਔਰ ਹੱਥ ਜਿਹੜੇ ਨੇ ਅਸੀਂ ਠੀਕ ਮੋਢਿਆਂ ਦੇ ਥੱਲੇ ਰੱਖ ਲਏ ਜੀ, ਨਾ ਮੋਢਿਆਂ ਤੋਂ ਬਾਹਰ, ਨਾ ਮੋਢਿਆਂ ਤੋਂ ਉੱਪਰ, ਨਾ ਮੋਢਿਆਂ ਤੋਂ ਥੱਲੇ ਜੀ, ਬਲਕਿ ਠੀਕ ਮੋਢੇ ਦੇ ਥੱਲੇ ਹਥੇਲੀਆਂ ਆ ਜਾਣ ਜੀ। ਕੂਣੀਆਂ ਇਦਾਂ ਬਾਹਰ ਦੂਰ ਵੀ ਨਹੀਂ ਰੱਖਣੇ ਹੱਥ ਜੀ, ਹੱਥ ਮੋਢੇ ਦੇ ਥੱਲੇ ਆਣਗੇ, ਕੂਣੀਆਂ ਚੱਕੀਆਂ ਜਾਣਗੀਆਂ ਜੀ। ਕੂਣੀਆਂ ਨੂੰ ਸਰੀਰ ਦੇ ਨਾਲ ਲਗਾ ਕੇ ਰੱਖਣਾ ਹੈਗਾ ਜੀ, ਅੱਡੀਆਂ ਮਿਲਾ ਕੇ ਰੱਖਣੀਆਂ ਹੈਗੀਆਂ ਜੀ, ਔਰ ਮੱਥਾ ਜ਼ਮੀਨ ਤੇ। ਇਹ ਤਿਆਰੀ ਪੋਜੀਸ਼ਨ ਹੈ ਸਾਡੀ ਜੀ। ਹੁਣ ਅਸੀਂ ਭੁਜੰਗਾਸਨ ਕਰਨਾ। ਭੁਜੰਗ ਹੁੰਦਾ ਸਰਪ ਜੀ, ਸੱਪ ਜਿੱਦਾਂ ਆਪਣਾ ਫਨ ਚੱਕਦਾ ਵਾ ਜੀ, ਬਾਕੀ ਸਾਰਾ ਸਰੀਰ ਜ਼ਮੀਨ ਤੇ ਹੁੰਦਾ, ਉਹ ਫੁੱਟਕ ਦਾ ਹਿੱਸਾ ਜਿਹੜਾ ਵਾ ਮੋਹਰੇ ਉੱਪਰ ਨੂੰ ਚੱਕਦਾ ਹੈਗਾ ਜੀ। ਤਾਂ ਇਹਦੇ ਨਾਲ ਪੇਟ ਦੀ ਖਾਸ ਤੌਰ ਤੇ ਮਾਲਿਸ਼ ਹੁੰਦੀ ਹੈਗੀ
पेट की मजबूती बढ़ती हैगी, चेहरे ते चमक आती हैगी जी और अनेक सारे फायदे। ਇਹਨੂੰ ਅਸੀਂ ਗਤੀ ਆਤਮਕ ਕਰਨਾ ਹੈਗਾ। जी ਸਾਂਸ ਭਰਦੇ ਹੋਏ ਅੱਪ ਜਾਣਾ ਹੈਗਾ। हम्म ਧੁੰਨੀ ਜ਼ਮੀਨ ਨਾਲ ਲੱਗੀ ਰਵੇ, ਇਸ ਗੱਲ ਦਾ ਖਿਆਲ ਰੱਖਣਾ ਆ। ਬਾਕੀ ਜਿੰਨਾ ਸਰੀਰ ਚੱਕ ਸਕਦੇ। जी ਕਈ ਲੋਕ ਕੀ ਕਰਦੇ ਹੈਗੇ ਕਿ ਧੁੰਨੀ ਵੀ ਇਦਾਂ ਚੱਕ ਦਿੰਦੇ ਹੈ। जी बाਹਾਂ ਸਿੱਧੀਆਂ ਨਹੀਂ ਪੂਰੀਆਂ ਕਰਨੀਆਂ। ਪੇਟ ਤੇ ਤਾਂ ਦਬਾ ਰਿਹਾ ਨਹੀਂ ਭਾਈ ਇਹਦੇ ਨਾਲ। जी 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 ਜਦੋਂ ਪੇਟ ਵੀ ਚੱਕ ਦਿੱਤਾ ਤਾਂ ਪੇਟ ਨਾਲ ਟੱਚ ਹੀ ਨਹੀਂ ਕਰ ਰਿਹਾ, जी ਪੇਟ ਤੇ ਤਾਂ ਦਬਾਅ ਨਹੀਂ ਬਣਿਆ। ਪੇਟ ਦੀ ਕਿਰਿਆ ਨਹੀਂ, ਫਿਰ ਪਿੱਠ ਦੀ ਕਿਰਿਆ ਬਣ ਗਈ ਹੈ जी ਔਰ ਪਿੱਠ ਦੀ ਵੀ ਅੱਧੀ ਰਹਿ ਗਈ। जी तो ਅਸੀਂ ਕੂਣੀਆਂ ਥੋੜੀ ਜਿਹੀ ਇਦਾਂ ਝੁਕਾ ਕੇ ਰੱਖਾਂਗੇ, ਨਾਭੀ ਜ਼ਮੀਨ ਨਾਲ जी ਔਰ ਠੋਡੀ ਉੱਪਰ ਇਸ ਢੰਗ ਨਾਲ, जी जी ਔਰ ਫਿਰ ਸਾਂਸ ਛੱਡਦੇ ਹੋਏ ਵਾਪਸ। ਤੇ ਸਰ ਜੀ ਜਿਨ੍ਹਾਂ ਦੀ ਲੱਕ ਦੀ ਸਮੱਸਿਆ ਉਹ ਇਹ ਕਿਰਿਆ ਕਰ ਹਾਂ, ਸਕਦੇ? ਲੱਕ ਦੀ ਸਮੱਸਿਆ ਵੀ ਇਹਦੇ ਨਾਲ ਫਾਇਦਾ ਹੋਣਾ ਹੈਗਾ ਨਾ। ਜੀ ਲੱਕ ਨੂੰ ਇਹਦੇ ਨਾਲ ਵਿਸ਼ੇਸ਼ ਫਾਇਦਾ ਹੋਣਾ ਵਾ। ਬਸ ਇੰਨਾ ਖਿਆਲ ਰੱਖਣਾ ਕਿ ਨਾਭੀ ਜ਼ਮੀਨ ਨਾਲ ਲਗਾ ਕੇ ਕਰੋ। ਹੂੰ ਬਾਜੂ ਸਿੱਧੇ ਕਰਨ ਦੀ ਕੋਈ ਗੱਲ ਨਹੀਂ, ਕੂਣੀਆਂ ਤੋਂ ਬਾਜੂ ਥੋੜੇ ਢਿੱਲੇ ਰਹਿਣਗੇ। ਜੀ ਆ ਦੇਖੋ, ਫਿਰ ਮੈਂ ਸਾਂਸ ਭਰਦਾ ਹੋਇਆ ਉੱਠਦਾ ਨਾਭੀ ਜ਼ਮੀਨ ਤੱਕ, ਬਾਕੀ ਠੋਡੀ ਉਠਾਣੀ ਹੈਗੀ। ਹੂੰ ਪੂਰਾ ਜ਼ੋਰ ਲੱਗਦਾ ਸਰੀਰ ਪੂਰਾ ਦਾ। ਜ਼ੋਰ ਲੱਗਦਾ ਹੈਗਾ ਔਰ ਸਾਂਸ ਛੱਡਦੇ ਹੋਏ ਨੀਚੇ, ਜੀ सांस भरते हुए ऊपर, सांस छड़ते हुए नीचे। ये नॉर्मल स्पीड, थोड़ी जी। मीडियम स्पीड। जी 1 2 भरिया छड्या, भरिया छड्या, भरिया छड्या। और हुन फिर फास्ट स्पीड। जी एक ਕਾਲੀ ਕਾਲੀ ਨਾ दो, ਉੱਠਣਾ, ਕਾਲੀ एक, ਨਾ ਪੈਣਾ। 2 जी 1 2 1 2 1 2 1 2 एंड रिलैक्स। ਹੂੰ 4 ਤੋਂ ਦੇਖੋ। 5 ਵਾਰੀ ਕਿਰਿਆ ਕਰਕੇ ਤੇ ਬਾਅਦ ਵਿੱਚ ਫੇਰ ਆਪਣੇ ਆਪ ਨੂੰ ਰਿਲੈਕਸ ਰੱਖਣਾ ਤੁਸੀਂ। ਸੋ ਇਸ ਢੰਗ ਨਾਲ ਮੈਂ ਜਿੱਦਾਂ ਪਹਿਲਾਂ ਹੀ ਦੱਸਿਆ ਸੀਗਾ ਜੀ ਕਿ ਲੰਬੇ ਸਾਹਾਂ ਨਾਲ ਵੀ ਜੋੜਨਾ ਜੀ ਔਰ 3 ਗਤੀਆਂ ਨਾਲ ਵੀ ਕਰਨਾ। ਜੀ ਔਰ ਇਹਦੇ ਨਾਲ ਪੇਟ ਦੇ ਵੱਲ ਲੇਟ ਕੇ ਜਦੋਂ ਅਗਲਾ ਹਿੱਸਾ ਉੱਪਰਲਾ ਚੱਕਦੇ ਆ ਤੇ ਵਿਸ਼ੇਸ਼ ਤੌਰ ਤੇ ਪੇਟ ਤੇ ਦਬਾਅ, ਪੇਟ ਦੀ ਮਾਲਿਸ਼ ਹੁੰਦੀ ਆ। ਪੇਟ ਦੀਆਂ ਸਾਰੀਆਂ ਪ੍ਰੋਬਲਮਸ ਜਿਹੜੀਆਂ ਆ, ਸਰ ਜੀ ਕਿੰਨੀਆਂ ਕਿਰਿਆਵਾਂ ਇਦਾਂ ਆਪਾਂ ਕਰ ਸਕਦੇ ਆ ਸਮੇਂ ਦੇ ਮੁਤਾਬਿਕ, ਸਵੇਰੇ ਸਵੇਰੇ ਨਿਰਣੇ ਕਾਲਜੇ ਬਿਨਾ ਕੁਝ ਖਾਦਿਆਂ? ਬਸ ਅਸੀਂ 10-15 ਮਿੰਟ ਚ ਮੁਕਾ ਸਕਦੇ ਆ। ਜੀ ਬਸ ਹੁਣ ਮੈਂ ਜਿੱਦਾਂ ਉੱਪਰਲਾ ਪੋਰਸ਼ਨ ਚੱਕਿਆ ਭੁਜੰਗ ਆਸਨ, ਫਿਰ ਪਿਛਲਾ ਪੋਰਸ਼ਨ ਚੱਕਣਾ ਆ ਸ਼ਲਭ ਆਸਨ, ਤੇ ਫਿਰ ਦੋਵੇਂ ਪੋਰਸ਼ਨ ਚੱਕਣੇ ਆ ਧਨੁਰ ਆਸਨ। ਬਸ 3 ਕਿਰਿਆਵਾਂ ਆ। ਪਹਿਲੀ ਭੁਜੰਗ ਆਸਨ ਦੀ ਇਹ ਕਿਰਿਆ ਮੈਂ ਕਰ ਲਈ, ਠੀਕ ਆ। ਜੇ ਭੁਜੰਗ ਆਸਨ ਨੂੰ ਵੇਰੀਏਸ਼ਨ ਨਾਲ ਕਰਨਾ ਹੋਵੇ ਤੇ ਇਦਾਂ ਵੀ ਕਰ ਸਕਦੇ। ਜੀ ਆ ਦੇਖੋ, ਵਿਚਕਾਰਲੀ ਉਂਗਲੀ ਨਾਲ ਵਿਚਕਾਰਲੀ ਉਂਗਲੀ ਹਥੇਲੀਆਂ ਜ਼ਮੀਨ ਤੇ, ਔਰ ਹੁਣ ਫਿਰ ਉਦਾਂ ਹੀ ਸਾਂਸ ਭਰਦੇ ਹੋਏ ਹੁਣ ਅਸੀਂ ਬਾਜੂ ਸਿੱਧੇ ਕਰਨੇ ਆ। ਜੀ ਇਹ ਸਿਰ ਦੇ ਥੱਲੇ ਪਹਿਲਾਂ ਜਿੱਥੇ ਬਾਹਾਂ ਹੱਥ ਰੱਖੇ ਸੀ ਉੱਥੇ ਰੱਖ ਕੇ ਫੇਰ ਹੁਣ ਸਿੱਧਾ ਮੱਥੇ ਦੇ ਕਰਨਾ। ਥੱਲੇ ਹਥੇਲੀਆਂ ਸੀਗੀਆਂ ਜੀ ਔਰ ਉੱਥੇ ਹਥੇਲੀਆਂ ਉੱਥੇ ਦੀਆਂ ਉੱਥੇ ਰਹਿਣਗੀਆਂ। ਜੀ ਸਾਂਸ ਭਰਦੇ ਹੋਏ ਆਪ ਹੁਣ ਬਾਜੂ ਸਿੱਧੇ, ਗੁੱਟਾਂ ਤੇ ਵੀ ਦਬਾਅ, ਠੋਡੀ ਉਠਾ ਕੇ ਰੱਖਣੀ ਹੈਗੀ ਔਰ ਪੇਟ ਜਿੰਨਾ ਨੀਚੇ ਰਵੇ ਐਂਡ ਰਿਲੈਕਸ ਕਰਦੇ ਹੋਏ ਨੀਚੇ ਜਾਣਾ। ਜੀ सांस भरते हुए आप, सांस छड़ते हुए डाउन, फिर मध्यम गति पे आ जाओ। 1 2 भरो, छड्डो, खींचो, छड्डो, और फिर तीव्र गति। जी 1 2 1 2 1 2 1 2 1 2, और इदा 3 5 8 कर सकते हैं। 3 नॉर्मल, 5 मीडियम और 8 ਜਾਂ 10 ਫਾਸਟ। ਫਾਸਟ। ਜੀ ਔਰ ਜਦੋਂ ਸਾਂਸ ਥੋੜੇ ਜਿਹਾ ਤੇਜ਼ ਹੋ ਜਾਣ ਤਾਂ ਫਿਰ ਹਥੇਲੀ ਤੇ ਹਥੇਲੀ ਉੱਪਰ ਮੱਥਾ ਰੱਖ ਕੇ ਅਸੀਂ ਰਿਲੈਕਸ ਕਰਨਾ ਆ। ਰਿਲੈਕਸ ਕਰਨਾ ਹੈਗਾ। ਜੀ ਸੋ ਇਹ ਹੋ ਗਈਆਂ ਸਰੀਰ ਦਾ ਉੱਪਰਲਾ ਹਿੱਸਾ ਉਠਾ ਕੇ ਕਰਨ ਵਾਲੀਆਂ ਕਿਰਿਆਵਾਂ, ਜੀ ਜਿਹਨੂੰ ਅਸੀਂ ਭੁਜੰਗ ਆਸਨ ਕਹਿੰਦੇ ਹਾਂ। ਬਿਲਕੁਲ ਜੀ। ਤੇ ਸਰ ਜੀ ਬੜੇ ਬਰੀਕੀ ਦੇ ਨਾਲ ਇਹਨਾਂ ਨੂੰ ਤੁਸੀਂ ਸਮਝਾਇਆ ਆ ਤੇ ਸਮੇਂ ਨੂੰ ਵੀ ਦੇਖਦੇ ਹੋਇਆ ਆਪਾਂ। ਹਾਂ, ਬਹੁਤ ਛੇਤੀ ਹੁਣ ਮੈਂ ਕਲੋਜ਼ਿੰਗ ਵੱਲ ਆ ਜਾਣਾ ਹੈਗਾ ਜੀ ਔਰ ਹੱਥ ਪਿੱਛੇ ਲੈ ਜਾਣੇ ਹਨ। ਜੀ ਏਦਾਂ ਮੁੱਠੀਆਂ ਬੰਦ ਕੀਤੀਆਂ, ਜ਼ਮੀਨ ਤੇ ਲਗਾਤੀਆਂ, ਹੂੰ ਠੋਡੀ ਜ਼ਮੀਨ ਤੇ ਲਗਾਤੀ, ਜੀ ਠੋਡੀ ਔਰ ਮੁੱਠੀਆਂ ਦੀ ਸਪੋਰਟ ਲੈਣੀ ਹੈਗੀ। ਜੀ ਔਰ ਹੁਣ ਠੋਡੀ ਤੇ ਭਾਰ, सांस भरते हुए एक लत अकड़ा के चकनी हैगी जी सीधी चकनी आ। और वापस साह छड़ दे जी फिर दूसरी साह भरते हुए ठोडी ते भार, लत अकड़ा के चकनी और वापस। जी 1 2 3 4 5 6 परो छो 8 7 6 5
4 3 2 1 ਐਂਡ ਰਿਲੈਕਸ। ਜੀ ਸੋ ਜੇ ਸਾਂਸ ਨਾਲ ਜੋੜ ਕੇ ਜਦੋਂ ਕਰਨੀ ਆ ਜੀ ਤੇ ਉਹਦੇ ਵਿੱਚ ਨਾਰਮਲ ਔਰ ਮੀਡੀਅਮ ਸਪੀਡ ਤੱਕ ਵੀ ਕਰ ਸਕਦੇ ਆ। ਜਦੋਂ ਥੋੜੀ ਦਿਨਾਂ ਦੀ ਪ੍ਰੈਕਟਿਸ ਵੱਧ ਜਾਵੇ ਫਿਰ ਫਾਸਟ ਸਪੀਡ ਵੀ ਨਾਲ ਸ਼ਾਮਲ ਕਰ ਲਓ। ਜੀ ਜੀ ਇਸੇ ਨੂੰ ਜਿਹੜੇ ਥੋੜੇ ਜਿਹੇ ਹਲਕੇ ਸਰੀਰ ਵਾਲੇ ਹੋਣ, ਥੋੜੇ ਯੰਗ ਹੋਣ, ਉਹਨੂੰ ਥੋੜਾ ਜਿਹਾ ਹੋਰ ਐਡਵਾਂਸ ਰੂਪ ਚ ਕਰ ਸਕਦੇ ਹੈਗੇ ਕਿ ਜਿੱਦਾਂ ਸਪੋਜ਼ ਮੈਂ ਹਥੇਲੀਆਂ ਮੋਢਿਆਂ ਦੇ ਬਰਾਬਰ ਜੀ ਰੱਖੀਆਂ ਹੈਗੀਆਂ, ਜੀ ਇੱਕ ਗੋਡਾ ਇਕੱਠਾ ਕੀਤਾ ਔਰ ਦੂਸਰੀ ਲੱਤ ਉਠਾ ਕੇ ਜੀ ਗੋਡਾ ਅੱਡੀ ਦੇ ਉੱਤੇ ਟਿਕਾ ਲਿਆ। ਜੀ ਹੁਣ ਪੇਟ ਦੇ ਉੱਤੇ ਮੈਕਸਿਮਮ ਖਿਚਾਅ ਹੋਏਗਾ। ਬਿਲਕੁਲ सांस भरो, रोको, छोड़ो, रोको, भरो, छोड़ो, रोको, तीजी बार भरो, रोको, छोड़ो, रोको एंड रिलैक्स। और इदा ही ਜਿਹੜਾ ਹੈ दूसरे पासे दूसरा गोडा इकट्ठा किया जी और फिर दूसरी लत्त ਉਹਦੇ ਉਲਟ वाली लत्त उठाई, गोडा अड्डी ਦੇ ਉੱਤੇ ਟਿਕਾ ਲਿਆ, ਠੋਡੀ ਜ਼ਮੀਨ ਤੇ, ਸਾਹ ਭਰੋ, ਰੋਕੋ, ਛੱਡੋ, ਰੋਕੋ, ਭਰੋ, ਛੱਡੋ, ਭਰੋ, ਛੱਡੋ ਐਂਡ ਰਿਲੈਕਸ। ਫਿਰ ਹਥੇਲੀਆਂ ਤੇ ਹਥੇਲੀਆਂ ਐਂਡ ਰਿਲੈਕਸ। ਸੋ ਪੇਟ ਦੀ ਲੋਅਰ ਬੈਕ, ਪੇਟ ਤੇ ਦਬਾਅ। ਪਹਿਲਾਂ ਅਸੀਂ ਸਰੀਰ ਦੇ ਉੱਪਰਲੇ ਹਿੱਸੇ ਨੂੰ ਉਠਾਇਆ, ਹੁਣ ਅਸੀਂ ਸਰੀਰ ਦੇ ਨਿਚਲੇ ਹਿੱਸੇ ਨੂੰ ਉਠਾਇਆ। ਇਹਨੂੰ ਅਸੀਂ ਸ਼ਲਭ ਆਸਨ ਕਹਿੰਦੇ ਆ। और हम तीसरी और आखिरी क्रिया जी पेट दे बल, और इन्हों ਅਸੀਂ ਕਹਿੰਦੇ ਆ ਧਨੁਰ ਆਸਨ, ਧਨੁਸ਼ ਆਸਨ। जी ਧਨੁਸ਼ ਕੀ ਹੁੰਦਾ? ਇੱਕ ਸੋਟੀ ਲੈ ਲਈ ਨਰਮ, ਉਹਨੇ ਦੋਨੋਂ ਕੋਨੇ ਇੱਕ ਪਾਸੇ ਵੱਲ ਨੂੰ ਝੁਕਾਏ, ਸਿਰਿਆਂ ਤੇ ਡੋਰ ਬੰਨ੍ਹਤੀ, ਧਨੁਸ਼ ਬਣ ਗਿਆ। ਅਸੀਂ ਵੀ ਕੀ ਕਰਨਾ ਹੈਗਾ, ਗੋਡੇ ਇਕੱਠੇ ਕਰਨੇ ਔਰ ਗਿੱਟੇ ਪਕੜ ਲੈਣੇ ਜਾਂ ਪੈਰ ਪਕੜ ਲੈਣੇ। जी पैर पकड़ ले, ठोडी नीचे लाती। जी पहला साह भरिया, ठोडी दबाते हुए हड्डियां नूं दूर खिंचा, जी रिलैक्स। फिर साह भर के ठोडी दबाते हुए हड्डियां नूं दूर खिंचा, रिलैक्स। और ਇਹਦੇ ਨਾਲ पेट ਤੇ मैक्सिमम दबाव बनता हैगा। और इदा 3-4 बार कर सकते हैं। और ਹੁਣ ਅਸੀਂ ਗੋਡੇ ਵੀ ਚੱਕਨੇ ਆ ਤੇ ਮੋਢੇ ਵੀ ਚੱਕਨੇ ਆ। ਸਾਹ ਭਰਿਆ, जी ਪਹਿਲਾਂ ਗੋਡੇ ਚੱਕੋ ਤੇ ਮੋਢੇ ਚੱਕੋ ਔਰ ਫੂਕ ਮਾਰੋ ਥੋੜਾ ਹੋਰ ਉੱਪਰ। ਜਿਵੇਂ ਜਿਵੇਂ ਸਾਹ ਛੱਡਾਂਗੇ ਪੇਟ ਘਟਦਾ ਜਾਊਗਾ। जी ਕੇਵਲ ਪੇਟ ਤੇ ਵਜਨ, ਔਰ ਜਿਹੜਾ ਬੰਦਾ ਧਨੁਰ ਆਸਨ ਕਰੂਗਾ ਉਹਦਾ ਪੇਟ ਰਹਿ ਹੀ ਨਹੀਂ ਸਕਦਾ। जी ਔਰ ਇਸ ਢੰਗ ਨਾਲ ਅਸੀਂ ਥੋੜੀ ਦੇਰ ਕਰਨਾ ਹੈਗਾ। ਔਰ ਫਿਰ ਅਸੀਂ सांस ਛੱਡਦੇ ਹੋਏ ਬਾਰ-ਬਾਰ सांस ਛੱਡਣਾ ਹੈਗਾ ਔਰ ਖਿਚਾਵ ਬਣਾਈ ਰੱਖਣਾ ਹੈਗਾ। जी ਹੱਡੀਆਂ ਨੂੰ ਦੂਰ ਖਿੱਚਣਾ ਹੈਗਾ, ਗੋਡੇ ਉਠਾ ਕੇ ਰੱਖਣੇ ਹੈਗੇ ਔਰ ਠੋਡੀ ਵੀ ਔਰ ਮੋਢੇ ਵੀ ਉਠਾ ਕੇ ਰੱਖਣੇ ਹੈਗੇ। जी और फिर थोड़ी देर बाद असी खब्बी साइड वाल और सज्जी साइड वाल, ਇਹਨੂੰ ਅਸੀਂ ਕਹਿੰਦੇ ਪਾਰਸ਼ਵ ਧਨੁਰ ਆਸਨ। जी ਵੀ ਦੋਨੋਂ ਪੈਰਾਂ ਦੇ ਪੰਜੇ ਫੜ ਕੇ ਤੇ ਤੁਸੀਂ ਪੇਟ ਦੇ ਵੱਲ ਕਦੇ ਸੱਜੇ ਵੱਲ ਨੂੰ ਕਦੇ ਖੱਬੇ ਵੱਲ ਨੂੰ ਜਿਹੜਾ ਆ ਉਹ ਲਿਟਣਾ ਆ। ਪਾਸੇ ਵੱਲ ਨੂੰ ਔਰ ਦੂਜੇ ਪਾਸੇ ਵੱਲ ਨੂੰ, ਜੀ ਪਾਸਿਆਂ ਵੱਲ ਨੂੰ ਮਾਲਿਸ਼ ਪੇਟ ਦੀ। जी ਔਰ ਇਸ ਢੰਗ ਨਾਲ ਪੇਟ ਦੀ ਪੂਰੀ ਮਾਲਿਸ਼ ਹੋ ਜਾਂਦੀ ਹੈਗੀ। जी ਔਰ ਅਖੀਰ 'ਚ ਰਿਲੈਕਸ ਕਰਨਾ ਹੈਗਾ। ਅਸੀਂ ਰਿਲੈਕਸ ਵੀ ਪੇਟ ਦੇ ਵੱਲ ਹੀ ਕਰਾਂਗੇ। जी ਇਹ ਵੀ ਇੱਕ ਤਰ੍ਹਾਂ ਨਾਲ ਵਧੀਆ ਸ਼ਾਵਾਸਨ ਹੈਗਾ। ਔਰ ਇਹਦੇ ਨਾਲ ਸਾਡੀ ਸਮਾਪਤੀ ਹੋਣੀ ਆ। ਹਥੇਲੀ ਤੇ ਹਥੇਲੀ ਉੱਪਰ ਮੱਥਾ, ਠੋਡੀ ਮੜ ਜੀ ਜ਼ਮੀਨ ਨੂੰ ਟੱਚ ਕਰ ਗਈ, ਪੈਰ ਥੋੜੇ ਜਿਹਾ ਖੋਲ ਲੈ, ਹੱਡੀਆਂ ਜ਼ਮੀਨ ਵੱਲ, ਔਰ ਸਾਦੇ ਸਾਂਸ। जी ਅਸੀਂ ਮਹਿਸੂਸ ਕਰਾਂਗੇ
ਸ਼ੁਰੂ ਚ ਸਾਡੇ ਸਾਹ ਉਖੜੇ ਹੋਏ ਆ, ਜੀ ਹੌਲੀ ਹੌਲੀ ਸਾਹ ਸ਼ਾਂਤ ਹੁੰਦੇ ਜਾ ਰਹੇ ਆ, ਸਾਹ ਸ਼ਾਂਤ ਹੁੰਦੇ ਜਾ ਰਹੇ ਆ। ਔਰ ਜਦੋਂ ਸਾਹ ਪੂਰੀ ਤਰ੍ਹਾਂ ਸ਼ਾਂਤ ਹੋ ਜਾਣ, ਜੀ ਫਿਰ ਲੰਬੀ ਫੂਕ ਲਗਾਓ। ਮਤਲਬ ਜਿੰਨੀ ਪੇਟ 'ਚ ਹਵਾ ਹੈ ਉਹਨੂੰ ਪੂਰੀ ਨੂੰ ਬਾਹਰ ਪੂਰੀ ਕੱਢਣਾ। ਸਾਹ ਬਾਹਰ, ਜੀ ਔਰ ਖਾਲੀ ਪੇਟ ਨਾਲ ਧਰਤੀ ਨੂੰ ਦਬਾਓ, ਜੀ ਦਬਾਓ, ਦਬਾਈ ਰੱਖੋ ਜੀ ਜਿੰਨੀ ਦੇਰ सांस बाहर हो, एंड रिलैक्स। दूसरी बार फिर लंबी फूक लगा के पूरा सांस बाहर पेट पिचकाओ, फिर सांस रोक लो, बाहर, बाहरी कुंभक, और खाली पेट नाल धरती नूं दबाना, जी धरती ते भार पाना पेट दे नाल। ਜਦੋਂ सांस रोकना मुश्किल हो जाए, रिलैक्स। फिर तीसरी बार लंबी फूक, और फिर सांस बाहर, और खाली पेट नाल धरती नूं दबाना, जी एंड रिलैक्स। ਹੁਣ ਦੇਖੋ जी ਧਰਤੀ ਦੇ ਵਿੱਚ ਗ੍ਰੈਵਿਟੇਸ਼ਨ ਪਾਵਰ ਹੁੰਦੀ, ਧਰਤੀ 'ਚ ਖਿੱਚ ਸ਼ਕਤੀ ਹੁੰਦੀ ਹੈ। जी ਸਾਡੇ ਸਰੀਰ ਦੇ ਜਿੰਨੇ ਜ਼ਿਆਦਾ ਪਾਰਟਸ ਧਰਤੀ ਨੂੰ ਟੱਚ ਕਰਦੇ ਆ, ਧਰਤੀ ਉਹਨਾਂ ਨੂੰ ਆਪਣੇ ਵੱਲ ਖਿੱਚਦੀ ਆ। जी ਸਾਡੀਆਂ ਹਥੇਲੀਆਂ ਜ਼ਮੀਨ ਨੂੰ ਟੱਚ ਕਰ ਰਹੀਆਂ ਆ, ਸਾਡੀ ਠੋਡੀ ਵੀ ਜ਼ਮੀਨ ਨਾਲ ਲੱਗੀ ਹੋਆ, ਸਾਡੀਆਂ ਕੂਹਣੀਆਂ ਜ਼ਮੀਨ ਨਾਲ ਲੱਗੀਆਂ ਆ, ਛਾਤੀ, ਪੇਟ, ਪੇਟ ਪੂਰਾ ਜਿਹੜਾ ਵਾ ਉਹ ਜਿਹੜਾ ਬਾਹਰ ਨੂੰ ਫੈਲਦਾ ਸੀ ਉਹ ਸਾਈਡਾਂ ਵੱਲ ਨੂੰ ਫੈਲ ਗਿਆ। जी ਪੂਰੇ ਪੇਟ ਦੇ ਉੱਤੇ ਪ੍ਰੈਸ਼ਰ, ਪੱਟਾਂ ਤੇ ਪ੍ਰੈਸ਼ਰ, ਗੋਡਿਆਂ ਤੇ, ਗਿੱਟਿਆਂ ਤੇ, ਔਰ ਜਿੰਨੇ ਜ਼ਿਆਦਾ ਪਾਰਟਸ ਜ਼ਮੀਨ ਦੇ ਨਾਲ ਟੱਚ ਵਾ ਉਹ ਸਾਰਿਆਂ ਨੂੰ ਧਰਤੀ ਆਪਣੀ ਅਸਲ 'ਚ ਖਿੱਚਦੀ ਹੈਗੀ, जी ਉਹਨਾਂ ਤੇ ਆਪਣਾ ਪ੍ਰਭਾਵ ਪਾਉਂਦੀ ਹੈਗੀ, जी ਉਹਨਾਂ ਦੇ ਜਿਹੜੇ ਪ੍ਰੋਬਲਮਸ ਵਾ ਉਹਨਾਂ ਨੂੰ ਘਟਾਉਂਦੀ ਹੈਗੀ। ਔਰ ਇਸ ਢੰਗ ਨਾਲ ਅਸੀਂ ਬਿਲਕੁਲ ਜਦੋਂ ਸਾਡੇ ਸਾਹ ਸ਼ਾਂਤ ਔਰ ਨਾਰਮਲ ਹੋ ਜਾਣ, ਉਸ ਵੇਲੇ ਫਿਰ ਅਸੀਂ ਉੱਠ ਸਕਦੇ ਹੈਗੇ ਆ ਔਰ ਇਹਨੂੰ ਸਮਾਪਤ ਕਰ ਸਕਦੇ ਹਾਂ। जी ਸੋ ਇਸ ਢੰਗ ਨਾਲ ਅੱਜ ਮੈਂ ਜਿੱਦਾਂ ਮੈਂ ਕਿਹਾ ਸੀ ਸ਼ੁਰੂਆਤ 'ਚ ਸਰੀਰ ਨੂੰ ਥੋੜਾ ਵਾਰਮ ਅਪ ਕਰਨਾ ਔਰ ਅਖੀਰ ਦੇ ਵਿੱਚ ਸਰੀਰ ਨੂੰ ਥੋੜਾ ਰਿਲੈਕਸ ਕਰਨਾ। जी तो पेट ਦੇ ਵੱਲ ਲੇਟ ਕੇ ਹੀ ਅਸੀਂ ਰਿਲੈਕਸ ਕਰ ਲਿਆ। जी ਆਮ ਤੌਰ ਤੇ ਸਿੱਧੇ ਲੇਟ ਕੇ ਸ਼ਾਵਾਸਨ 'ਚ ਵੀ ਰਿਲੈਕਸ ਕੀਤਾ ਜਾਂਦਾ ਹੈ, जी ਪਰ ਅਸੀਂ ਪੇਟ ਦੇ ਵੱਲ ਲੇਟ ਕੇ, ਪਰ ਇਹ ਤਾਂ ਹੀ ਪੋਸੀਬਲ ਹੋਊਗਾ जी ਜੇ ਪੇਟ ਖਾਲੀ ਹੋਊਗਾ। बिल्कुल ਜੇ ਪੇਟ 'ਚ ਕੁਝ ਖਾਦਾ ਪੀਤਾ ਆ ਉਹ ਉਲਟਾ ਬਾਹਰ ਨੂੰ ਨਿਕਲੂਗਾ, हाँ ਫਿਰ ਤਾਂ ਪ੍ਰੋਬਲਮ ਵੱਧ ਜੂਗੀ। बिल्कुल जी बिल्कुल हाँ, कौन लोग नहीं ਕਰਨ, जी बहुत सारी एक खास जानकारी यही है जी। ਹਾਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਕੋਈ ਪੇਟ ਦੀ ਅਲਸਰ ਟਾਈਪ ਪ੍ਰੋਬਲਮ ਹੈਗੀ, जी ਪੇਟ ਦੇ ਵਿੱਚ ਕੋਈ ਪੱਥਰੀ ਟਾਈਪ ਹੈਗੀ ਆ, जी ਤਾਂ ਉਸ ਨੂੰ ਫਿਰ ਜ਼ਿਆਦਾ ਤੇਜ਼ੀ ਵਾਲੀਆਂ ਕਿਰਿਆਵਾਂ ਨਹੀਂ ਕਰਨੀਆਂ ਚਾਹੀਦੀਆਂ, ਉਹ ਹੌਲੀ ਹੌਲੀ ਕਰੇ। ਔਰ ਜੇ ਕੋਈ ਪ੍ਰੋਬਲਮ ਮਹਿਸੂਸ ਹੁੰਦੀ ਦਿਖੇ ਤਾਂ ਫਿਰ ਉਸ ਨੂੰ ਬੰਦ ਕਰ ਸਕਦਾ ਹੈ। जी ਉਸ ਤੇ ਦਬਾਅ ਜ਼ਿਆਦਾ ਨਹੀਂ ਫਿਰ ਦੇਣਾ ਹੈਗਾ। बिल्कुल ਤੋ ਅੱਜ ਆਪਾਂ ਪੇਟ ਦੀ ਮਾਲਿਸ਼ ਕੀਤੀ, ਪੇਟ ਨੂੰ ਰਗੜਿਆ, ਪੇਟ ਨੂੰ ਤੇ ਵਜ਼ਨ ਪਾਇਆ, ਪੇਟ ਤੇ ਦਬਾਅ ਔਰ ਖਿਚਾਵ ਪਾਇਆ, जी ਔਰ ਇਸ ਢੰਗ ਨਾਲ ਪੇਟ ਦੇ ਜਿੰਨੇ ਵੀ ਅੰਦਰੂਨੀ ਇੰਟਰਨਲ ਆਰਗਨ ਹੈਗੇ जी ਉਹ ਸਾਰੀਆਂ ਹੀ ਪ੍ਰੋਬਲਮਸ ਇਹਦੇ ਨਾਲ ਘਟਣਗੀਆਂ। ਜੇ ਕਿਸੇ ਨੂੰ ਕਬਜ਼ ਦੀ ਪ੍ਰੋਬਲਮ ਆ, ਕਬਜ਼ ਸਾਰੇ ਰੋਗਾਂ ਦੀ ਮਾਂ ਆ, जी ਕਬਜ਼ ਇਹਦੇ ਨਾਲ ਦੂਰ ਹੋ ਜਾਊਗੀ। ਗੈਸ ਦੀ ਪ੍ਰੋਬਲਮ ਆ ਉਹ ਇਹਦੇ ਨਾਲ ਦੂਰ ਹੋ ਜਾਊਗੀ। ਸ਼ੂਗਰ ਦੀ ਪ੍ਰੋਬਲਮ ਆ ਸ਼ੂਗਰ ਵਾਲੀ ਗ੍ਰੰਥੀ ਆ, ਇਹਨੂੰ ਪ੍ਰੋਬਲਮ, ਜਿਹਨੂੰ ਨੂੰ ਬਦਹਜ਼ਮੀ ਦੀ ਪ੍ਰੋਬਲਮ ਆ, ਸਾਡਾ ਸਟੋਮਕ ਆ, ਮਿਹਦਾ ਆ, ਉਹ ਸਹੀ ਢੰਗ ਨਾਲ ਚੀਜ਼ ਨੂੰ ਉਹਨੂੰ ਹਜ਼ਮ ਨਹੀਂ ਕਰਦਾ, ਤਾਂ ਉਹ ਪ੍ਰੋਬਲਮ ਦੂਰ ਹੋ ਜਾਊਗੀ। ਸੱਜੇ ਪਾਸੇ ਲੀਵਰ ਵਾ, ਜਿਨ੍ਹਾਂ ਨੂੰ ਲੀਵਰ ਵਿੱਚ ਸੋਜਸ਼ ਦੀ ਪ੍ਰੋਬਲਮ ਆ ਉਹ ਦੂਰ ਹੋ ਜਾਊਗੀ। ਜੇ ਥੱਲੇ ਇੱਕ ਚੁੰਝ ਜੀ ਵਰਗੀ ਗ੍ਰੰਥੀ ਹੁੰਦੀ ਆ ਔਰ ਉਹ ਵੀ ਉਹਨੂੰ ਫਾਇਦਾ ਹੁੰਦਾ, ਅੰਤੜੀਆਂ ਦੀਆਂ ਪ੍ਰੋਬਲਮਸ ਇਹਦੇ ਨਾਲ ਦੂਰ ਹੋਣਗੀਆਂ, ਤਾਂ ਮਤਲਬ ਕਹਿਣ ਦਾ ਅੰਤੜੀਆਂ ਦੀ ਕਾਰਜਕੁਸ਼ਲਤਾ ਵਧੂਗੀ। ਤਾਂ ਸਮੁੱਚੇ ਰੂਪ ਚ ਸਾਰਾ ਪੇਟ ਜਿਹੜਾ ਵਾ ਇਹਦੇ ਨਾਲ ਪ੍ਰਭਾਵਿਤ ਹੋ ਜਾਊਗਾ। जी ਔਰ ਇਹ ਸਿੰਪਲ ਜੀਆਂ ਕਿਰਿਆਵਾਂ ਅਸੀਂ ਤਾਂ ਇੱਥੇ ਭਾਵੇਂ ਅੱਜ ਮੇਰਾ ਖਿਆਲ ਆ ਵੀ 35-40 ਮਿੰਟ ਵੀ ਹੋ ਸਕਦਾ ਲੱਗ ਗਏ ਹੋਣ, जी 25, ਲੇਕਿਨ ਇਸ ਨੂੰ 15 ਕੁ ਮਿੰਟਾਂ ਦੇ ਵਿੱਚ ਬੜੇ ਆਰਾਮ ਦੇ ਨਾਲ ਕੀਤਾ ਜਾ ਸਕਦਾ ਹੈ। बिल्कुल जी बिल्कुल ਇੱਥੇ ਕਿਉਂਕਿ ਨਾਲ ਦੀ ਨਾਲ ਡਿਸਕਸ ਕਰਨਾ ਹੁੰਦਾ ਆ, ਨਾਲ ਦੀ ਨਾਲ ਅਸੀਂ ਇੱਕ ਕਿਰਿਆ ਨੂੰ ਜਦੋਂ ਸਮਝਾਉਣਾ ਆ जी ਡਿਟੇਲ ਨਾਲ,
ਇਹਦੇ ਵਿੱਚ ਰੇਡੀਓ ਦੇ ਸਰੋਤੇ ਵੀ ਤਾਂ ਹੈਗੇ, ਹੂੰ ਉਹਨਾਂ ਨੂੰ ਦੇਖ ਨਹੀਂ ਰਿਹਾ, ਉਹਨਾਂ ਨੇ ਸੁਣ ਕੇ ਹੀ ਸਮਝਣਾ ਹੈਗਾ। ਜੀ ਇਸ ਕਰਕੇ ਉਹਨਾਂ ਦੀ ਥੋੜੀ ਜਿਹੀ ਵਿਆਖਿਆ ਕਰਨੀ ਹੁੰਦੀ ਆ, ਹੂੰ ਔਰ ਵਿਆਖਿਆ ਦੇ ਵਿੱਚ ਥੋੜਾ ਜਿਹਾ ਸਮਾਂ ਵੱਧ ਲੱਗ ਜਾਂਦਾ ਹੈਗਾ। ਜੀ ਲੇਕਿਨ ਜਦੋਂ ਅਸੀਂ ਬਿਨਾਂ ਬੋਲਣ ਦੇ ਅਸੀਂ ਇਹ ਕਿਰਿਆਵਾਂ ਕਰਨੀਆਂ ਸਾਹ ਨਾਲ ਜੋੜ ਕੇ, ਹੂੰ ਤਾਂ 10-15 ਕੁ ਮਿੰਟਾਂ ਦੇ ਵਿੱਚ ਹੀ 10 ਤੋਂ 15 ਮਿੰਟ ਦੇ ਵਿੱਚ ਪੂਰਾ ਪੇਟ ਜਿਹੜਾ ਵਾ ਉਹਦੀ ਮਾਲਿਸ਼ ਹੋ ਜਾਂਦੀ ਹੈ। ਬਿਲਕੁਲ ਜੀ ਬਿਲਕੁਲ। ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸੁਣਿਆ ਤੇ ਆਨੰਦ ਮਾਣਿਆ। ਜੇ ਕੋਈ ਜਾਣਕਾਰੀ ਸਰ ਹੁਣਾਂ ਤੋਂ ਤੁਸੀਂ ਬਾਅਦ ਵਿੱਚ ਵੀ ਲੈਣੀ ਹੈ ਤਾਂ ਸਰ ਹੁਣਾਂ ਦਾ ਫੋਨ ਨੰਬਰ ਵੀ ਤੁਸੀਂ ਨੋਟ ਕਰ ਸਕਦੇ ਹੋ ਜੀ। ਫੋਨ ਨੰਬਰ ਸਰ ਜੀ ਇੱਕ ਵਾਰੀ ਜ਼ਰੂਰ ਦੱਸ ਦਿਓ। 98 140 49501 49501 49501 ਜੀ 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 98140 और 49501 49501। ਹਾਂਜੀ, ਇਸ ਨੰਬਰ ਤੇ ਸਰ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਲੈਣੀ ਹੋ ਉਹ ਲੈ ਸਕਦੇ ਹੋ। ਜਿਹੜੇ ਲਾਗੇ ਬੰਨੇ ਦੇ ਲੋਕ ਆ, ਹੂੰ ਸਾਡੀ ਸਵੇਰ ਨੂੰ ਬਕਾਇਦਾ ਯੋਗ ਦੀ ਰੋਜ਼ ਕਲਾਸ ਲੱਗਦੀ ਹੈਗੀ, ਜੀ 5:30 ਤੋਂ 6:30 ਪੌਣੇ 7 ਤੱਕ। ਜੀ ਉਹ ਲੋਹੀਆਂ ਖਾਸ ਵਿਖੇ ਜਿਹੜਾ ਕੋਈ ਆ ਸਕਦਾ ਆ, ਨੇੜਲੇ ਪਿੰਡ ਦਾ ਹੋਵੇ ਔਰ ਕੋਈ ਵੀ ਜਿਹੜਾ ਸੂਟ ਕਰਦਾ ਹੋਵੇ ਸਮਾਂ, ਉਹ ਉਹਦੇ ਵਿੱਚ ਆ ਕੇ ਭਾਗ ਲੈ ਸਕਦਾ ਹੈਗਾ, ਜੀ ਆਪਣੀ ਪ੍ਰੋਬਲਮ ਨਿੱਜੀ ਤੌਰ ਤੇ ਵੀ ਸ਼ੇਅਰ ਕਰ ਸਕਦਾ ਹੈਗਾ। ਬਿਲਕੁਲ ਜੀ ਬਿਲਕੁਲ। ਤੇ ਅੱਜ ਦੇ ਲਈ ਸਾਰਿਆਂ ਦੇ ਲਈ ਇੰਨਾ ਹੀ, ਤੇ ਕੱਲ ਮਿਲਦੇ ਆ ਕੁਝ ਨਵੀਆਂ ਵਿਚਾਰਾਂ ਦੇ ਨਾਲ, ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹੱਸਦੇ ਰਹੋ, ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ ਤੇ ਸੁਣਦੇ ਰਹੋ ਅਵਤਾਰ ਰੇਡੀਓ ਸੀਚੇਵਾਲ। ਸਭ ਦਾ ਧੰਨਵਾਦ ਜੀ। ਜੀ ਸਰ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਜੀ।